ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਮੌਜੂਦਾ ਸਿਆਸੀ ਹਾਲਾਤ ਉੱਤੇ, ਜੋ ਚਰਚਾਵਾਂ ਚੱਲ ਰਹੀਆਂ ਕਿ ਮੋਦੀ ਸਾਹਿਬ ਨੇ ਕੱਲ ਨੂੰ ਪੰਜਾਬ ਆਉਣਾ ਤੇ ਪੰਜਾਬ ਆ ਕੇ ਇਹੋ ਜਿਹਾ ਕਿਹੜਾ ਮੰਤਰ ਉਹਨਾਂ ਨੇ ਮਾਰਨਾ ਜਿਹਦੇ ਨਾਲ ਬੀਜੇਪੀ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੇਗੀ। ਉਹ ਕਿੱਦਾਂ ਬਣੇਗੀ, ਉਹ ਕਿਹੜੀਆਂ ਉਮੀਦਾਂ ਲਾਈ ਬੈਠੇ ਨੇ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਦੂਜੇ ਪਾਸੇ ਸੰਯੁਕਤ ਸਮਾਜ ਮੋਰਚਾ, ਰਾਜੇਵਾਲ ਸਾਹਿਬ ਨੂੰ ਉਹਨੇ ਚਿਹਰਾ ਬਣਾਇਆ ਤੇ ਹੁਣ ਰਾਜੇਵਾਲ ਸਾਹਿਬ ਜਿਹੜੇ ਨੇ ਉਹ ਦੁਚਿੱਤੀ ਚ ਕਹਿ ਲਓ ਕਿ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨਾ ਹੈ ਜਾਂ ਨਹੀਂ ਕਰਨਾ, ਪਰ ਇਹਦੇ ਵਿਚਾਲੇ ਇੱਕ ਬਿਆਨ ਉਹਨਾਂ ਦੇ ਮੋਰਚੇ ਦਾ ਸਾਹਮਣੇ ਆ ਰਿਹਾ ਕਿ 60% ਜਿਹੜੀਆਂ ਸੀਟਾਂ ਨੇ, ਜਿਹੜੀ ਪਾਰਟੀ ਸਾਡੇ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ, ਜੇ ਉਹ ਦੇਗੀ ਤਾਂ ਅਸੀਂ ਉਹਦੇ ਨਾਲ ਜਾਵਾਂਗੇ। ਭਾਵ ਕਿ ਮੁੱਖ ਮੰਤਰੀ ਦਾ ਚਿਹਰਾ ਸਾਡਾ ਹੀ ਹੋਏਗਾ। ਮਜ਼ਬੂਤੀ ਦੇ ਤੌਰ ਦੇ ਉੱਤੇ ਇਹ ਨਾ ਹੋਵੇ ਕਿ ਜਿਹਦੇ ਨਾਲ ਜਾਈਏ ਤੇ ਉਹ ਕੱਲ ਨੂੰ ਕਹੇ ਕਿ ਮੁੱਖ ਮੰਤਰੀ ਸਾਡਾ ਹੋਏਗਾ। ਇਹਦੇ ਵਿਚਾਲੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਦੇ ਕਾਰਨ ਉਹ ਇਕਾਂਤਵਾਸ ਵਿੱਚ ਚਲੇ ਗਏ ਨੇ। ਪਰ ਚਰਚਾਵਾਂ ਇਹ ਵੀ ਛਿੜ ਗਈਆਂ ਨੇ ਕਿ ਹੁਣ ਅੱਗੋਂ ਕੀ, ਕਿ ਜਦੋਂ ਵੀ ਅਰਵਿੰਦ ਕੇਜਰੀਵਾਲ ਹੁਣੀ ਇਕਾਂਤ ਹੁੰਦੇ ਨੇ ਤਾਂ ਵਾਪਸ ਆਉਣ ਤੋਂ ਬਾਅਦ ਕਿਸੇ ਨਾ ਕਿਸੇ ਢੰਗ ਦੇ ਨਾਲ ਸਿਆਸੀ ਤੌਰ ਦੇ ਉੱਤੇ ਹੋਰ ਮਜ਼ਬੂਤ ਹੋ ਕੇ ਉੱਭਰਦੇ ਨੇ। ਕਿ ਕੀ ਹੋ ਸਕਦਾ ਹੈ ਕਿ ਅਗਲੇ ਸਮੇਂ 'ਚ ਇੱਕ ਹੋਰ ਜਿਹੜੀਆਂ ਚੱਲ ਰਹੀਆਂ ਖਬਰਾਂ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਉਮੀਦਵਾਰ ਐਲਾਨ ਦਿੱਤਾ ਜਾਣਾ ਹੈ। ਕਹਿੰਦੇ ਇਹਨਾਂ ਦੀ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਹੈ ਉਹ ਰਾਜ਼ੀ ਹੋ ਗਈ ਇਸ ਗੱਲ ਤੇ। ਪਰ ਇਹਦੇ ਨਾਲ ਕੀ ਪੰਜਾਬ ਦੇ ਵਿੱਚ ਵੋਟਾਂ ਦਾ ਕੋਈ ਫਰਕ ਪੈਣਾ ਹੈ ਜਾਂ ਨਹੀਂ ਪੈਣਾ? ਪੰਜਾਬ ਦੇ ਮੁੱਦਿਆਂ ਦਾ ਹੱਲ ਕਿੱਦਾਂ? ਚੰਨੀ ਸਾਹਿਬ ਨੇ ਜਿਹੜੇ ਆਂਗਣਵਾੜੀ ਵਰਕਰ ਹੈਲਪਰ ਨੇ ਉਹਨਾਂ ਦੀਆਂ ਤਨਖਾਹਾਂ 'ਚ ਜਿਹੜਾ ਵਾਧਾ ਕੀਤਾ, ਉਹਦੇ ਨਾਲ ਕਿੰਨਾ ਕੁ ਜਿਹੜਾ ਕਾਂਗਰਸ ਨੂੰ ਲੱਗਦਾ ਹੈ ਕਿ ਸਾਨੂੰ ਚੋਣਾਂ ਦੇ ਵਿੱਚ ਫਾਇਦਾ ਹੋਣਾ ਹੈ? ਪਿੱਛੇ ਜਿਹੜੀਆਂ 36,000 ਮੁਲਾਜ਼ਮਾਂ ਦੀ ਪੋਸਟ ਦੀ ਗੱਲ ਕੀਤੀ ਸੀ, ਉਹਨੂੰ ਲੈ ਕੇ ਗਵਰਨਰ ਸਾਹਿਬ ਦੇ ਨਾਲ ਜਿਸ ਤਰੀਕੇ ਦਾ ਇਹਨਾਂ ਦਾ ਇੱਧਰੋਂ ਉੱਧਰੋਂ ਬਿਆਨ ਚੱਲਦੇ ਰਹੇ, ਉਹ ਵੀ ਲੋਕਾਂ ਨੇ ਸੁਣੇ ਨੇ, ਫਲੈਕਸਾਂ ਦੇਖੀਆਂ ਨੇ, ਪਰ ਬਣਿਆ ਕੀ ਆ ਉਹ ਸਭ ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਜੀ। ਪ੍ਰੋਫੈਸਰ ਸਾਹਿਬ, ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਬੀਜੇਪੀ ਸਰਕਾਰ ਕਿਵੇਂ ਬਣਾ ਸਕਦੀ ਹੈ? ਮੋਦੀ ਸਾਹਿਬ ਆ ਰਹੇ ਨੇ ਤੇ ਕਹਿੰਦੇ ਕਿ ਬੜੇ ਵੱਡੇ ਐਲਾਨ ਹੋਣੇ ਨੇ, ਕੀ ਉਹਨਾਂ ਐਲਾਨਾਂ ਦੇ ਪ੍ਰਭਾਵ ਵਿੱਚ ਪੰਜਾਬੀ ਆ ਜਾਣਗੇ? ਮੈਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਦਾ ਵੈਲਕਮ ਕਰਨਾ ਚਾਹੀਦਾ, ਕਿਉਂਕਿ ਬਹੁਤ ਲੰਮੇ ਸਮੇਂ ਬਾਅਦ, ਸ਼ਾਇਦ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਉਹ ਪੰਜਾਬ 'ਚ ਆ ਰਹੇ ਆ। ਪਿਛਲੀ ਵਾਰ ਸ਼ਾਇਦ ਜਦੋਂ ਆਏ ਸੀਗੇ ਤੇ ਅਨੰਦਪੁਰ ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, ਉਹ ਬਹੁਤ ਇੱਕ ਫਾਰਮਲ ਜੀ ਵਿਜ਼ਿਟ ਸੀਗੀ ਤੇ ਉਦੋਂ ਉਹਨਾਂ ਦੀ ਭਾਈਵਾਲ ਜਿਹੜੀ ਸੀ ਆਪਣੇ ਅਕਾਲੀ ਦਲ ਉਹਨਾਂ ਦੇ ਨਾਲ ਸੀਗਾ, ਤੇ ਇਸ ਕਰਕੇ ਕਾਫੀ ਜਿਹੜਾ ਹੈਗਾ ਉਹਨਾਂ ਦੀ ਉੱਥੋਂ ਵੈਲਕਮ ਕੀਤਾ ਗਿਆ, ਜਕਾਰਿਆਂ ਦੇ ਨਾਲ ਵੈਲਕਮ ਕੀਤਾ ਗਿਆ ਸੀਗਾ। ਤੇ ਹੁਣ ਉਹ ਆ ਰਹੇ ਆ 2 ਸਾਲ ਤੋਂ ਬਾਅਦ ਤੇ ਖਾਸ ਮਕਸਦ ਉਹਨਾਂ ਦਾ ਚੋਣਾਂ ਹੈਗੀਆਂ। ਤੇ ਇਹ ਗੱਲ ਠੀਕ ਆ ਕਿ ਬੀਜੇਪੀ, ਕਿਉਂਕਿ ਲੰਮੇ ਸਮੇਂ ਤੋਂ ਇਹਨੇ ਪੰਜਾਬ ਦੀ ਜਿਹੜੀ ਸੱਤਾ ਸ਼ਕਤੀ ਦਾ ਜਿਹੜਾ ਹੈਗਾ ਉਹਦਾ ਸੁੱਖ ਭੋਗਿਆ ਵਾ। ਪਹਿਲੋਂ ਕੇ ਸਮੇਂ ਦੇ ਵਿੱਚ 77 ਤੋਂ ਬਾਅਦ ਜਿਹੜੀ ਸੀ ਉਦੋਂ ਜਨਤਾ ਪਾਰਟੀ ਦਾ ਹਿੱਸਾ ਬਣੀ ਸੀਗੀ, ਫਿਰ 97 ਤੋਂ ਬਾਅਦ ਤੇ ਲਗਾਤਾਰ ਜਿਹੜਾ ਹੈਗਾ ਸੀ 15 ਸਾਲ ਜਿਹੜਾ ਉਹ ਤਾਕਤ ਦਾ ਬਰਾਬਰ ਦੇ ਉਹ ਹਿੱਸੇਦਾਰ ਰਹੇ ਆ। ਤੇ ਹੁਣ ਪਿਛਲੇ ਸਮੇਂ ਦੀਆਂ ਘਟਨਾਵਾਂ ਕਰਕੇ ਉਹਨਾਂ ਨੂੰ ਥੋੜਾ ਜਿਹਾ ਬਾਹਰ ਹੋਣਾ ਪਿਆ। ਤੇ ਬਾਹਰ ਹੋਣ ਤੋਂ ਬਾਅਦ ਤੁਸੀਂ ਦੇਖਿਆ ਕਿ ਪਿਛਲੇ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਰਾਜਨੀਤੀ ਦਾ ਘਟਨਾ ਚੱਕਰ ਨਾ ਬਹੁਤ ਤੇਜ਼ੀ ਨਾਲ ਬਦਲਿਆ। ਔਰ ਇਹ ਜੇ ਤਾਂ ਤੇਜ਼ੀ ਨਾਲ ਚੰਗੇ ਪਾਸੇ ਬਦਲਿਆ ਹੁੰਦਾ ਤੇ ਸ਼ਾਇਦ ਅਸੀਂ ਕਹਿ ਸਕਦੇ ਸੀ ਵੀ ਠੀਕ ਹੋ ਰਿਹਾ, ਪਰ ਜਿੰਨਾ ਲੱਗਦਾ ਵੀ ਇਹ ਰਾਜਨੀਤੀ ਨੂੰ ਇਹਨਾਂ ਨੇ, ਇਹ ਲੋਕਾਂ ਨੇ, ਲੀਡਰਾਂ ਨੇ ਚਾਹੇ ਪਾਰਟੀਆਂ ਨੇ, ਜਿੰਨਾ ਥੱਲੇ ਗਿਰਾ ਦਿੱਤਾ ਵਾ। ਲੋਕੀ ਤਾਂ ਪਹਿਲਾਂ ਹੀ ਬਹੁਤ ਰਾਜਨੀਤੀਵਾਨਾਂ ਨੂੰ ਨਫ਼ਰਤ ਕਰਦੇ ਸੀ। ਹਾਂ, ਮੈਂ ਇਹ ਗੱਲ ਦਾ ਹਾਮੀ ਹੈਗਾ ਵੀ ਸਾਨੂੰ ਰਾਜਨੀਤੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਸਾਨੂੰ ਰਾਜਨੀਤੀ ਨਾਲ ਪਿਆਰ ਕਰਨਾ ਚਾਹੀਦਾ, ਸਾਨੂੰ ਰਾਜਨੀਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ। ਸਾਡੇ ਜਿਹੜੇ ਖਾਸ ਕਰਕੇ ਨਿਸ਼ਾਨੇ ਤੇ ਜਿਹੜੇ ਰਾਜਨੀਤੀਵਾਨ ਹੈਗੇ ਆ, ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਇੱਥੇ ਖਲਾਰਾ ਪਿਆ, ਜਿਨ੍ਹਾਂ ਦੀ ਵਜ੍ਹਾ ਕਰਕੇ ਪੰਜਾਬ ਦੀ ਤਬਾਹੀ ਹੋਈ ਆ, ਜਿਨ੍ਹਾਂ ਦੀ ਵਜ੍ਹਾ ਕਰਕੇ ਇਸ ਵੇਲੇ ਪੰਜਾਬ ਦੇ ਲੋਕ ਉਹਨਾਂ ਮੁੱਦਿਆਂ ਨਾਲ ਜੂਝ ਰਹੇ ਆ, ਚਾਹੇ ਉਹ ਮੁੱਦਾ ਜਿਹੜਾ ਬੇਰੁਜ਼ਗਾਰੀ ਦਾ ਹੋਵੇ, ਚਾਹੇ ਉਹ ਡਿਵੈਲਪਮੈਂਟ ਦਾ ਹੋਵੇ, ਚਾਹੇ ਉਹ ਨਸ਼ਿਆਂ ਦਾ ਹੋਵੇ, ਚਾਹੇ ਕਰਪਸ਼ਨ ਦਾ ਹੋਵੇ, ਚਾਹੇ ਰੇਤ ਬਜਰੀ ਦਾ ਜਿਹੜਾ ਸਮਗਲਿੰਗ ਦਾ ਹੋਵੇ, ਜਾਂ ਧੱਕੇਸ਼ਾਹੀ ਦਾ ਹੋਵੇ, ਜਾਂ ਜਿਹੜੀ ਅੱਜ ਕੱਲ੍ਹ ਗੈਂਗਸਟਰਿਜ਼ਮ ਚੱਲਿਆ ਉਹ ਚੱਲਿਆ ਹੋਵੇ, ਉਹ ਇਹਨਾਂ ਦੀ ਦੇਣ ਹੈਗੀ ਆ। ਕਿਉਂਕਿ ਰਾਜਨੀਤੀ ਜਿਹੜੀ ਹੈਗੀ ਆ ਉਹ ਜਿਹੜੇ ਤਾਕਤ ਦੇ ਵਿੱਚ ਐਕਟਰ ਹੁੰਦੇ ਆ ਉਹਨਾਂ ਦੁਆਰਾ ਪਲੇ ਕੀਤੀ ਜਾਂਦੀ ਆ ਇਹ ਮੋਟੇ ਤੌਰ ਤੇ। ਲੋਕ ਤਾਂ ਆਪਣਾ ਰਾਜਨੀਤਿਕ ਜਿਹੜਾ ਹੱਕ ਵਾ ਉਹ ਚੋਣਾਂ 'ਚ ਹਿੱਸਾ ਲੈਂਦੇ ਆ, ਰੈਲੀਆਂ ਦੇ ਵਿੱਚ ਜਾਂਦੇ ਆ, ਪਾਰਟੀਆਂ ਦੇ ਨਾਲ ਖੜੇ ਹੁੰਦੇ ਆ ਤੇ ਵੋਟ ਪਾ ਕੇ ਉਹਨਾਂ ਨੂੰ ਤਾਕਤ ਦੇ ਦਿੰਦੇ ਆ।
ਪਰ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜਾ ਜਲੂਸ ਇਸ ਵੇਲੇ ਰਾਜਨੀਤਿਕ ਜਿਹੜੇ ਸਾਡੇ ਲੀਡਰ ਉਹਨਾਂ ਦਾ ਨਿਕਲਿਆ ਹੈ, ਵਿੰਸਟਨ ਚਰਚਿਲ ਦੀ ਮੈਨੂੰ ਅੱਜ ਤੋਂ ਕੋਈ 75 ਸਾਲ ਪੁਰਾਣੀ ਜਿਹੜੀ ਆ ਉਹ ਜਿਹੜੀ ਉਹਦੀ ਕਹਾਵਤ ਸੀਗੀ ਕਿ ਜੇ ਰਾਜਨੀਤਿਕ ਤਾਕਤ ਇਹਨਾਂ ਲੋਕਾਂ ਕੋਲ ਜਾਂਦੀ ਆ ਤੇ ਉਹਦੇ ਬਾਰੇ ਜਿਹਨਾਂ ਨੇ ਸ਼ਬਦ ਵਰਤੇ ਸੀਗੇ ਤੇ ਮੈਨੂੰ ਲੱਗਦਾ ਵੀ ਉਹ ਸਾਰੇ ਸ਼ਬਦ ਵਿੰਸਟਨ ਚਰਚਿਲ ਜਿਹੜੇ ਹੈਗੇ ਆ ਉਹ ਪੂਰੀ ਤਰ੍ਹਾਂ ਹੁਣ ਜਿਹੜੇ ਆ ਭਾਰਤੀ ਰਾਜਨੀਤੀਵਾਨਾਂ ਤੇ ਖਾਸ ਕਰਕੇ ਤੇ ਪੰਜਾਬ ਦੇ ਲੋਕਾਂ ਦੇ ਰਾਜਨੀਤੀਵਾਨਾਂ ਤੇ ਖਾਸ ਕਰਕੇ ਜਿਹੜੇ ਆ ਪੂਰੀ ਤਰ੍ਹਾਂ ਲਾਗੂ ਹੁੰਦੇ ਆ। ਤੇ ਹੁਣ ਤਾਂ ਸਿਰਫ ਇਹਨਾਂ ਨੂੰ ਤਾਕਤ ਹਥਿਆਉਣ ਤੋਂ ਬਿਨਾਂ ਹੋਰ ਕੁਝ ਨਹੀਂ ਦਿਖਦਾ। ਜੇ ਮੋਦੀ ਸਾਹਿਬ ਵੀ ਆ ਰਹੇ ਆ ਤੇ ਮੋਦੀ ਸਾਹਿਬ ਕੋਈ ਬਹੁਤ ਵੱਡਾ ਸਾਡੇ ਤੇ ਕੋਈ ਆਸਾਨ ਕਰਨ ਨਹੀਂ ਆ ਰਹੇ। ਮੋਦੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਨਾ ਵੀ ਯੂਪੀ ਦੇ ਵਿੱਚ ਕਿੱਦਾਂ, ਮੈਂ ਨਹੀਂ ਵੇਖਿਆ ਕਿ ਜਿੰਨਾ ਕੁ ਮੇਰੀ ਸਮਝ ਹੈਗੀ ਆ ਜਾਂ ਮੈਂ ਪੜ੍ਹਿਆ ਲਿਖਿਆ ਹੈ ਕਿ ਚੋਣਾਂ ਵੇਲੇ ਕੋਈ ਪ੍ਰਧਾਨ ਮੰਤਰੀ ਪਿਛਲੇ 1 ਮਹੀਨੇ ਦੇ ਵਿੱਚ ਕਈ ਗੇੜੀਆਂ ਜਿਹੜੀਆਂ ਯੂਪੀ ਦੇ ਵਿੱਚ ਲਾ ਚੁੱਕਾ ਹੋਵੇ, ਔਰ ਜਿਹੜੇ ਉੱਥੋਂ ਦੇ ਉਦਘਾਟਨ ਹੈ ਜਾਂ ਜਿਹੜੇ ਲੋਕਾਂ ਨੂੰ ਸਮਰਪਿਤ ਕਰਨੇ ਪ੍ਰੋਜੈਕਟ ਵਾ, ਜਿਹੜਾ ਕੋਈ MLA ਵੀ ਕਰ ਸਕਦਾ ਹੈ ਜਾਂ ਮੰਤਰੀ ਵੀ ਕਰ ਸਕਦਾ ਹੈ ਜਾਂ ਮੁੱਖ ਮੰਤਰੀ ਵੀ ਕਰ ਸਕਦਾ ਹੈ ਜਾਂ ਪਾਰਲੀਮੈਂਟ ਮੈਂਬਰ ਵੀ ਕਰ ਸਕਦਾ ਹੈ, ਤਾਂ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਉਦਘਾਟਨ ਕਰਦੇ ਆ। ਜਦੋਂ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਦੇਸ਼ ਦੇ ਦਰਪੇਸ਼ ਮਸਲੇ, ਖਾਸ ਕਰਕੇ ਜਿਸ ਤਰੀਕੇ ਦੇ ਨਾਲ ਚੀਨ ਨੇ ਸਾਡੇ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਰਿਹਾ ਹੈ ਔਰ ਉਹ ਸਾਨੂੰ ਵੰਗਾਰ ਰਿਹਾ ਹੈ, ਔਰ ਜਿਸ ਤਰੀਕੇ ਨਾਲ ਸਾਡੇ ਸਬੰਧ ਸਾਡੇ ਪੜੋਸੀਆਂ ਦੇ ਨਾਲ ਵਿਗੜ ਰਹੇ ਆ, ਔਰ ਜਿਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੀ ਕਿਰਕਰੀ ਹੋ ਰਹੀ ਆ, ਸਾਡੀ ਜਿਹੜੀ ਵਿਦੇਸ਼ ਨੀਤੀ ਹੈਗਾ ਉਹਦਾ ਕੋਈ ਟੇਕਰ ਨਹੀਂ ਹੈ ਕਿ ਜਿਹੜਾ ਪਹਿਲੇ ਸਮਿਆਂ ਦੇ ਵਿੱਚ ਅਸੀਂ ਖਾਸ ਕਰਕੇ ਜਿਹੜੀ ਤੀਜੀ ਦੁਨੀਆ ਦੇ ਮੁਲਕ ਹੁੰਦੇ ਸੀਗੇ ਉਹਦੇ ਵਿੱਚ ਅਸੀਂ ਵਿਰੋਧੀ ਬਹੁਤ ਮੋਢੀ ਰੋਲ, ਲੀਡਿੰਗ ਰੋਲ ਜਿਹੜਾ ਸੀਗਾ ਉਹ ਅਸੀਂ ਪਲੇ ਕਰਦੇ ਹੁੰਦੇ ਸੀਗੇ। ਤਾਂ ਇਸ ਕਰਕੇ ਪ੍ਰਧਾਨ ਮੰਤਰੀ ਜੀ ਆ ਰਹੇ ਆ, ਠੀਕ ਆ, ਉਹਨਾਂ ਦਾ ਵੈਲਕਮ ਕਰਨਾ ਚਾਹੀਦਾ ਹੈ। ਤੇ ਜੇ ਉਹ ਕੋਈ ਇੱਥੇ ਇਸ ਕਿਸਮ ਦਾ ਜਿਹੜਾ ਤੁਸੀਂ ਕਹਿੰਦੇ ਜੋ ਐਲਾਨ ਕਰਨਗੇ, ਕੀ ਕਰਨਗੇ ਐਲਾਨ ਕਰਕੇ ਚੋਣਾਂ ਤੋਂ ਪਹਿਲਾਂ? ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪਹਿਲੇ ਸਮੇਂ 'ਚ ਕਹਾਵਤ ਹੁੰਦੀ ਸੀ ਕਿ ਬੂਹੇ ਆਏ ਜੰਝ ਤੇ ਵਿੰਨੋ ਕੁੜੀ ਦੇ ਕੰਨ। ਉਹੀ ਹਾਲ ਪੰਜਾਬ ਸਰਕਾਰ ਦਾ ਹੈ। ਪਿਛਲੇ ਤੁਸੀਂ ਦੇਖੋ 3-4 ਮਹੀਨਿਆਂ ਤੋਂ ਕਿੱਦਾਂ ਅੱਡੀਆਂ ਪਾਰ ਹੋਈ ਜਾਂਦੇ, ਹੋਣਾ ਕੱਖ ਨਹੀਂ ਗਾ। ਨਾ ਉਹ 36,000 ਬੰਦਾ ਹੀ ਪੱਕਾ ਹੋਣਾ ਵਾ, ਨਾ ਇੱਥੇ ਕਾਲਜ ਦੇ ਵਿੱਚ ਨੌਕਰੀਆਂ ਮਿਲਣੀਆਂ ਵਾ, ਨਾ ਕਿਸੇ ਨੂੰ ਤਨਖਾਹਾਂ ਮਿਲਣੀਆਂ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਇੱਕ ਵਾਹਦ ਸੂਬਾ ਹੈਗਾ ਜਿੱਥੇ ਸਾਰੀ ਹਾਇਰ ਐਜੂਕੇਸ਼ਨ ਠੱਪ ਪਈ ਆ, ਔਰ ਪਿਛਲੇ ਕਈ ਮਹੀਨਿਆਂ ਤੋਂ ਕਾਲਜਾਂ ਦੇ ਟੀਚਰ, ਯੂਨੀਵਰਸਿਟੀਆਂ ਦੇ ਟੀਚਰ ਭੁੱਖ ਹੜਤਾਲ ਤੇ ਬੈਠੇ ਆ ਔਰ ਉਹਦੇ ਵਿੱਚੋਂ ਮਰਨ ਵਰਤ ਤੇ ਬੈਠੇ ਆ, ਔਰ ਸਾਰੇ ਦੇਸ਼ ਦੇ ਵਿੱਚ ਆਫਲਾਈਨ ਐਗਜ਼ਾਮੀਨੇਸ਼ਨ ਹੋ ਗਿਆ। ਸਿਰਫ ਪੰਜਾਬ ਹੀ ਇੱਕੋ ਸਟੇਟ ਬਚਿਆ ਹੈ ਜਿੱਥੇ ਸਾਡਾ ਸਮੈਸਟਰ ਦਾ ਇਮਤਿਹਾਨ ਨਹੀਂ ਹੋਇਆ, ਔਰ ਅਜੇ ਵੀ ਜਿਹੜੇ ਟੀਚਰ ਆ ਉਹਦੇ ਉੱਤੇ ਆ, ਉਹਨਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਚਾਹੇ ਉਹ ਪੰਜਾਬ ਸਰਕਾਰ ਹੋਵੇ, ਚਾਹੇ ਮੋਦੀ ਸਾਹਿਬ ਹੋਣ, ਚਾਹੇ ਕੋਈ ਹੋਰ ਹੋਣ, ਇਹਨਾਂ ਦਾ ਏਜੰਡਾ ਜਿਹੜਾ ਹੈਗਾ ਵਾ ਉਹ ਸਵਾਏ ਵੋਟਾਂ ਲੈਣ ਤੋਂ, ਸਵਾਏ ਸਰਕਾਰਾਂ ਬਣਾਉਣ ਤੋਂ, ਮੈਂ ਤਾਂ ਜੇ ਸਵਾਲ ਕਰਨਾ ਚਾਹੁੰਦਾ, ਲੋਕਾਂ ਅੱਗੇ ਰੱਖਣਾ ਚਾਹੁੰਦਾ ਵੀ ਸਰਕਾਰ ਬਣਾਉਂਦੇ ਕਾਹਦੇ ਵਾਸਤੇ ਆ? ਇਹ ਕਿਉਂ ਸਰਕਾਰ ਬਣਾਉਣ ਲੱਗੇ ਆ? ਇੱਕ ਮੰਤਰੀ ਜੀ ਪਿੱਛੇ ਜੇ ਇੱਕ ਜਿਹੜਾ ਹੈਗਾ ਇੰਟਰਵਿਊ ਦੇ ਰਹੇ ਸੀਗੇ, ਉਹ ਕਹਿੰਦੇ ਮੈਂ ਰਾਜਨੀਤੀ 'ਚ ਤਾਂ ਆਇਆ ਵਾਂ ਕਿ ਜਾਂ ਤਾਂ ਮੈਂ ਮੇਰਾ ਜਿਹੜਾ ਬਿਜ਼ਨਸ ਸੀ ਮੈਂ ਉਹਨੂੰ ਬਚਾਉਣਾ ਚਾਹੁੰਦਾ ਸੀਗਾ, ਤੇ ਜੇ ਮੈਂ ਉਹ 'ਚ ਨਾ ਆਉਂਦਾ ਤੇ ਮੇਰਾ ਬਿਜ਼ਨਸ ਨਹੀਂ ਸੀ ਬਚਣਾ। ਤੇ ਦੂਸਰਾ ਕਹਿੰਦਾ ਮੈਂ ਬਿਜ਼ਨਸ ਮੇਰਾ ਵੱਧ ਹੀ ਨਹੀਂ ਸੀ ਸਕਦਾ। ਇਹਦਾ ਮਤਲਬ ਹੈ ਕਿ ਰਾਜਨੀਤੀ ਕੋ ਧੰਦਾ ਬਣ ਗਈ ਆ ਜਿਹਦੇ ਵਿੱਚ ਲੋਕੀ ਵਪਾਰ ਕਰਨ ਨੂੰ ਆਉਂਦੇ ਆ। ਤੇ ਸ਼ਾਇਦ ਕੋਟਲਿਆ ਨੇ ਕਿਹਾ ਸੀਗਾ ਕਿ ਜਦੋਂ ਵਪਾਰੀ ਜਿਹੜੇ ਹੈਗੇ ਆ ਉਹ ਰਾਜਨੀਤੀਵਾਨ ਬਣ ਜਾਣਗੇ, ਉਹਨਾਂ ਦੇ ਹੱਥ 'ਚ ਤਾਕਤ ਆ ਜੂਗੀ, ਤੇ ਸਮਝ ਲਓ ਆਮ ਲੋਕਾਂ ਦੀ ਜਿਹੜੀ ਆ ਮੌਤ ਵਾ ਉਹ ਕੰਧ ਤੇ ਲਿਖੀ ਹੋਈ ਆ। ਮੌਤ ਤੋਂ ਭਾਵ ਇਹ ਹੈਗਾ ਕਿ ਉਹਨਾਂ ਦਾ ਮਾੜਾ ਹਾਲ, ਉਹਨਾਂ ਦਾ ਮਾਰਜਲਾਈਜ਼ ਹੋਣਾ, ਉਹਨਾਂ ਦਾ ਮੇਨ ਸਟ੍ਰੀਮ ਤੋਂ ਲਾਂਭੇ ਹੋ ਜਾਣਾ। ਸੋ ਮੈਨੂੰ ਤੇ ਲੱਗਦਾ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਜਿਹੜਾ ਪੁੱਛਿਆ, ਉਹਨਾਂ ਨੇ ਪੁੱਛ ਰਹੇ ਪਹਿਲੇ ਸਮੇਂ ਦੇ ਉੱਤੋਂ, ਤੁਸੀਂ ਕਾਹਦੇ ਲਈ ਰਾਜਨੀਤੀ ਕਰ ਰਹੇ ਜੋ? ਇਹ ਮੁੱਦੇ ਕਿੰਨੇ ਜਿਹੜੇ ਪੈਦਾ ਕੀਤੇ ਆ, ਤੁਸੀਂ ਪਹਿਲੇ ਸਮਿਆਂ 'ਚ ਕੀ ਕੀਤਾ? ਤੇ ਜੇ ਫਿਰ ਗੱਲ ਉਹੀ ਹੈਗਾ ਕਿ ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਵੀ ਆਉਣਗੇ, ਇਹ ਸਕੀਮਾਂ ਲੋਕਾਂ ਦੀਆਂ ਵਾ, ਇਹ ਪੈਸੇ ਲੋਕਾਂ ਦੇ ਆ। ਕਿਉਂ ਇਹ ਇੰਪ੍ਰੈਸ਼ਨ ਦਿੰਦੇ ਆ? ਸਾਨੂੰ ਇਹ ਸਿੱਖਣਾ ਪਊਗਾ ਕਿ ਇਹਨਾਂ ਦੇ ਪੈਸੇ ਇਹਨਾਂ ਦੇ ਬਾਪ ਦੇ ਨਹੀਂ ਹੈ। ਜੇ ਕੋਈ ਮੰਤਰੀ ਹੈ ਜਾਂ ਕੋਈ ਸੰਤਰੀ ਹੈ ਜਾਂ ਮੁੱਖ ਮੰਤਰੀ ਹੈ ਜਾਂ ਪ੍ਰਧਾਨ ਮੰਤਰੀ ਹੈ ਜਾਂ ਦੂਸਰਾ ਹੈ, ਉਹ ਆਪਣੇ ਘਰੋਂ ਪੈਸੇ ਨਹੀਂ ਦਿੰਦਾ। ਸਾਨੂੰ ਇਹ ਲੱਗਦਾ ਕਿ ਸਾਨੂੰ ਖਰਾਦ ਦੇ ਰਹੇ ਆ, ਸਾਨੂੰ ਇਹ ਲੱਗਦਾ ਵੀ ਸਾਡੀ ਸਕੀਮ ਲਿਆ ਰਹੇ ਆ। ਇਹ ਵੈਲਫੇਅਰ ਸਟੇਟ ਹੈਗਾ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਤਾਂ ਇਸ ਕਰਕੇ ਜੇ ਐਲਾਨ ਕਰਦੇ ਆ ਤਾਂ ਠੀਕ ਆ, ਐਲਾਨ ਕਰਨ, ਪਰ ਇਹ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਬਹੁਤ ਵੱਡਾ ਜਿਹੜਾ ਸਾਡੇ ਤੇ ਆਸਾਨ ਕਰੇ। ਹਾਂ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, 2014 ਦੀਆਂ ਇਲੈਕਸ਼ਨ ਬੀਜੇਪੀ ਦਾ ਓਵਰਆਲ ਦੇਖਿਆ ਜਾਵੇ ਕਿ 2014 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਪੰਜਾਬ ਦੇ ਲੋਕਾਂ ਦਾ ਰਿਸਪੌਂਸ ਸੀ ਉਹ ਬਹੁਤ ਕਲੀਅਰ ਸੀਗਾ। ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੇ ਜੇਤਲੀ ਸਾਹਿਬ, ਜਿਹੜੇ ਮਰਹੂਮ ਜੇਤਲੀ ਸਾਹਿਬ ਨੇ ਇਲੈਕਸ਼ਨ ਲੜੀ ਸੀਗੀ, ਔਰ ਬੜੀ ਉਹ ਤਾਮਝਾਮ ਦੇ ਨਾਲ ਇੱਥੇ ਆਏ ਸੀਗੇ,
ਸਭ ਨੂੰ ਪਤਾ ਸੀਗਾ ਕਿ ਬੀਜੇਪੀ ਦੀ ਸਰਕਾਰ ਬਣਨ ਵਾਲੀ ਹੈ, ਜੇਤਲੀ ਸਾਹਿਬ ਨੰਬਰ 2 ਬਣਨਗੇ ਉਹਦੇ ਵਿੱਚੋਂ, ਔਰ ਉਹ ਆਪਣੇ ਬੰਦੇ ਵੀ ਬਾਹਰੋਂ ਲੈ ਕੇ ਆਏ, ਉਹਨਾਂ ਨੇ ਅੰਮ੍ਰਿਤਸਰ 'ਚ ਘਰ ਵੀ ਖਰੀਦਿਆ, ਸਾਰਾ ਕੁਝ ਖਰੀਦਿਆ। ਪਰ ਜਿਹੜੇ ਅੰਮ੍ਰਿਤਸਰ ਦੇ ਲੋਕ ਸੀ, ਵੋਟਰ ਸੀਗੇ, ਪੰਜਾਬ ਦੇ ਵੋਟਰ ਸੀ, ਉਹਨਾਂ ਨੂੰ 1.25 ਲੱਖ ਦੀ ਉਹਨਾਂ ਨੂੰ ਜਿਹੜੀ ਹੈ ਨਾ ਮਾਤ ਪਾ ਕੇ ਹਰਾ ਕੇ ਇੱਥੋਂ ਤੋਰਿਆ ਸੀਗਾ। ਤੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਐਫਰਟਸ ਤੋਂ ਬਾਅਦ ਬੀਜੇਪੀ ਨੇ ਸਾਰੀ ਨੈਟਵਰਕਿੰਗ ਕੀਤੀ ਆ। ਤੁਸੀਂ ਦੇਖਿਆ ਕਿ ਢੀਂਡਸਾ ਸਾਹਿਬ ਨਾਲ ਕੀਤੀ, ਤੇ ਢੀਂਡਸਾ ਸਾਹਿਬ ਲਈ ਤੇ ਮੇਰੇ ਖਿਆਲ ਆ ਆਪਣੇ ਹਲਕੇ ਦੇ ਵਿੱਚ ਵੀ ਤੁਹਾਡੇ ਲਾਗੇ ਹੈ ਕਿ ਸ਼ਾਇਦ ਉਹਨਾਂ ਨੂੰ ਆਪਣੀ ਸੀਟ ਵਜਾਉਣੀ ਵੀ ਮੁਸ਼ਕਲ ਹੋ ਜਾਵੇ। ਅਮਰਿੰਦਰ ਸਿੰਘ ਬਾਰੇ ਮੈਂ ਬਹੁਤਾ ਨਹੀਂ ਕਹਿਣਾ ਕਿ ਉਹਨਾਂ ਬਾਰੇ ਤਾਂ ਬਹੁਤ ਕਿਹਾ ਜਾ ਚੁੱਕਾ ਹੈ ਕਿ ਜੇ ਅਮਰਿੰਦਰ ਸਿੰਘ ਸ਼ਾਇਦ ਜਿਹਨੇ ਹੁਣ ਐਕਟਿਵ ਹੋਏ 2-3 ਮਹੀਨਿਆਂ ਤੋਂ, ਇਹਨੇ ਕਿਤੇ 6 ਮਹੀਨੇ ਪਹਿਲਾਂ ਐਕਟਿਵ ਹੋ ਜਾਂਦੇ ਤੇ ਉਹਨਾਂ ਦੀ ਨਾ ਇਹ ਗੱਦੀ ਜਾਂਦੀ, ਤੇ ਥੋੜਾ ਹੋ ਸਕਦਾ ਆਪਣੀ ਜੋ ਵੀ ਇੱਜ਼ਤ ਸੀ ਉਹਨਾਂ ਦੀ, ਜਿਹੜਾ ਉਹਨਾਂ ਕਿਹਾ ਸੀ ਵੀ ਮੈਂ ਇੱਕ ਵਾਰੀ ਮੁੱਖ ਮੰਤਰੀ ਬਣੂੰਗਾ, ਉਸ ਤੋਂ ਬਾਅਦ ਇੱਜ਼ਤ ਮਾਨ ਦੇ ਨਾਲ ਜਿਹੜੀ ਪਾਵਰ ਸੀ ਜਾਂ ਇੱਜ਼ਤ ਮਾਨ ਦੇ ਨਾਲ ਜਿਹੜੀ ਅਗਲੀਆਂ ਇਲੈਕਸ਼ਨ ਸੀ ਕਿਸੇ ਹੋਰ ਦੇ ਹੱਥ ਫੜਾ ਕੇ ਚਲੇ ਜਾਂਦੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਪ੍ਰਧਾਨ ਮੰਤਰੀ ਆ ਰਹੇ ਆ, ਹਾਈਪ ਖੜੀ ਕੀਤੀ ਜਾ ਰਹੀ ਆ, ਤਾਂ ਕਿਤੇ ਉਹ ਨਾ ਹੋਵੇ ਕਿ ਕਿਉਂਕਿ ਜੇ 2 ਮੈਡੀਕਲ ਕਾਲਜ ਦੀ ਗੱਲ ਕਰਦੀ ਹੈ ਉੱਥੇ 40% ਹਿੱਸਾ ਪੰਜਾਬ ਦਾ ਹੈ, ਸਾਰੀਆਂ ਸਟੇਟਾਂ ਨੂੰ ਮਿਲ ਰਿਹਾ, ਏਮਸ ਹਰ ਸਟੇਟ ਨੂੰ ਮਿਲ ਰਿਹਾ ਹੈ, ਇੰਸਟੀਟਿਊਸ਼ਨ ਹਰ ਸਟੇਟ ਨੂੰ ਮਿਲ ਰਿਹਾ ਹੈ। ਯੂਪੀ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਬਣ ਰਿਹਾ, ਤੇ ਇਸ ਕਰਕੇ ਜੇ ਪੰਜਾਬ ਦੇ ਵਿੱਚ 2 ਐਡੀਸ਼ਨਲ ਮੈਡੀਕਲ ਕਾਲਜ ਬਣ ਜਾਂਦੇ ਆ, ਜਿਹੜੀ ਤੁਸੀਂ ਗੱਲ ਕਿਤੇ ਕਹਿੰਦੇ ਆ ਵੀ ਉਹ ਜੀ ਆਧਾਰ ਕਾਰਡ ਤੇ ਉੱਥੇ ਚੱਲ ਜੂਗਾ, ਆਧਾਰ ਕਾਰਡ ਤੇ ਪਾਸਪੋਰਟ 'ਚ ਕੀ ਫਰਕ ਆ? ਕੋਈ ਬਹੁਤਾ ਫਰਕ ਨਹੀਂ ਹੈਗਾ। ਤੁਸੀਂ ਇੱਥੋਂ ਕਿਉਂਕਿ ਉੱਥੇ ਕੋਈ ਬੰਦਾ ਵਿਜ਼ਟਰ ਨਹੀਂ ਜਾ ਰਿਹਾ, ਉਹ ਸਿਰਫ ਉਹਦੇ ਆਪਣਾ ਦਰਸ਼ਨ ਕਰਨ ਲਈ ਜਾ ਰਿਹਾ, ਸਵੇਰੇ ਜਾ ਕੇ ਸ਼ਾਮ ਨੂੰ ਆ ਰਿਹਾ ਵਾ, ਉਹ ਤਾਂ ਤੁਸੀਂ ਸਲਿੱਪ ਦੇ ਕੇ ਵੀ ਭੇਜ ਸਕਦੇ ਹੋ ਉਸ ਤਰੀਕੇ ਦੇ ਨਾਲ। ਸੋ ਇਹ ਬਹੁਤ ਵੱਡੀ ਕੋਈ ਜਿਹੜੀ ਹੈਗੀ ਆ ਨਵੀਂ ਰਿਲੈਕਸੇਸ਼ਨ ਨਹੀਂ ਹੋਊਗੀ। ਹਾਂ, ਮੈਂ ਮੰਨਦਾ ਹੈ ਕਿ ਜੇ ਮੋਦੀ ਸਾਹਿਬ ਵੱਡਾ ਦਿਲ ਕਰਕੇ, ਪੰਜਾਬ ਬਾਰਡਰ ਸਟੇਟ ਹੈਗੀ ਆ, ਪੰਜਾਬ ਨੇ ਇਹ ਦੇਸ਼ ਦੀ ਜਿਹੜੀ ਹੈਗੀ ਆ ਇਹਨੂੰ ਬਹੁਤ ਇਹਦੀ ਕਿਸਮ ਦੀ ਇਹ ਹਿਮਾਲਿਆ ਹੈ, ਇਹਨੂੰ ਬਹੁਤ ਸਾਰੇ ਹਮਲਿਆਂ ਤੋਂ ਬਚਾਇਆ ਹੈ। ਪੰਜਾਬ ਦੇ ਲੋਕਾਂ ਦਾ ਫਰੀडम ਸਟਰਗਲ ਦੇ ਵਿੱਚ ਬਹੁਤ ਵੱਡਾ ਰੋਲ ਹੈ। ਬਾਰਡਰ ਸਟੇਟ ਹੋਣ ਦੀ ਵਜ੍ਹਾ ਕਰਕੇ ਜਾਂ ਸਮੁੰਦਰ ਤੋਂ ਬਹੁਤ ਦੂਰ ਹੋਣ ਦੀ ਵਜ੍ਹਾ ਕਰਕੇ ਇਹਦੀਆਂ ਕੁਝ ਢਾਂਚਾਗਤ ਮੁਸ਼ਕਲਾਂ ਹੈ ਕਿ ਇੱਥੇ ਵੱਡੀ ਇੰਡਸਟਰੀ ਨਹੀਂ ਆ ਰਹੀ, ਸਾਡੇ ਕੋਲ ਉਨੀ ਜ਼ਮੀਨ ਨਹੀਂ ਹੈਗੀ। ਅੱਜ ਕੱਲ੍ਹ ਇੰਪੋਰਟ ਐਕਸਪੋਰਟ ਦਾ ਕੰਮ ਹੈਗਾ, ਉੱਥੋਂ ਮਾਲ ਲਿਆ ਕੇ ਇੱਥੇ ਬਣਾ ਕੇ ਫਿਰ ਬਾਹਰ ਵੇਚਣਾ ਕੰਪੀਟੀਟਿਵ ਨਹੀਂ ਬਣਦਾ। ਜੇ ਮੋਦੀ ਸਾਹਿਬ ਪੰਜਾਬ ਨੂੰ ਕੋਈ ਪੈਕੇਜ ਦੇਣ ਵੱਡਾ ਐਜ਼ ਏ ਬਾਰਡਰ ਸਟੇਟ, ਚਾਹੇ ਇਨਸੈਂਟਿਵ ਇੰਡਸਟਰੀ ਦਾ ਹੋਵੇ, ਚਾਹੇ ਇਨਸੈਂਟਿਵ ਕੋਈ ਹੋਰ ਹੋਵੇ, ਮੈਂ ਤਾਂ ਕਹਿੰਦਾ ਕਿ ਜੇ ਮੋਦੀ ਸਾਹਿਬ ਪੰਜਾਬ ਨੂੰ ਪਾਕਿਸਤਾਨ ਤੇ ਵੈਸਟ ਦੀ ਜਿਹੜੇ ਦੇਸ਼ ਹੈਗੇ ਉਹਨਾਂ ਦੇ ਨਾਲ ਵਪਾਰ ਕਰਨ ਵਾਸਤੇ ਇਹ ਸਾਡਾ ਲਾਂਘਾ ਖੋਲ ਦੇਣ, ਤੇ ਸਾਨੂੰ ਹੋਰ ਕਿਸੇ ਚੀਜ਼ ਦੀ ਮੰਗਣ ਦੀ ਲੋੜ ਨਹੀਂ ਹੈਗੀ। ਪਰ ਮੈਨੂੰ ਪਤਾ ਹੈ ਕਿ ਉਹ ਇਮੋਸ਼ਨਲ ਮੁੱਦਿਆਂ ਦੀ ਗੱਲ ਕਰਨਗੇ। ਉਹਨਾਂ ਦਾ ਪਿਛਲੇ ਸਮੇਂ ਦਾ ਇਤਿਹਾਸ ਹੈ ਕਿ ਜਦੋਂ ਕੋਈ ਉਦਘਾਟਨ ਕਰਨ ਜਾਂਦੇ ਆ, ਚਾਹੇ ਯੂਨੀਵਰਸਿਟੀ ਦਾ ਹੁੰਦਾ, ਚਾਹੇ ਪੁਲ ਦਾ ਹੁੰਦਾ, ਉਹ ਸਵਾਏ ਵਿਰੋਧੀਆਂ ਨੂੰ ਉਹ ਭਾਸ਼ਾ ਜਿਹੜੀ ਹੈਗੀ ਵਰਤਦੇ ਆ, ਜਿਹੜੀ ਮੈਨੂੰ ਲੱਗਦਾ ਕਿ ਇੱਕ ਪ੍ਰਾਈਮ ਮਿਨਿਸਟਰ ਵਾਸਤੇ ਔਰ ਏਡੇ ਵੱਡੇ ਲੋਕਤੰਤਰ ਦੇ ਮੁਖੀਆ ਵਾਸਤੇ ਸ਼ਾਇਦ ਉਹ ਬਹੁਤੀ ਜਿਹੜੀ ਆ ਸ਼ੋਭਾ ਨਹੀਂ ਦਿੰਦੇ। ਬਿਲਕੁਲ ਬਿਲਕੁਲ, ਖਾਸ ਗੱਲਾਂ ਨੇ ਇਹ ਜਿਹੜੀਆਂ ਸ਼ਾਇਦ ਬੀਜੇਪੀ ਦੇ ਸਮਝ ਆ ਜਾਣ ਜਾਂ ਨਾ ਆਉਣ, ਇਹ ਤਾਂ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਜਾਣਦੀ ਹੈ। ਪਰ ਪ੍ਰੋਫੈਸਰ ਸਾਹਿਬ ਇੱਥੇ ਇੱਕ ਇਹ ਵੀ ਚਰਚਾ ਹੈ ਨਾ ਕਿ ਜਦੋਂ ਤਾਂ ਅਕਾਲੀ ਦਲ ਤੇ ਭਾਜਪਾ ਵਾਲੇ ਇਕੱਠੇ ਸੀ, ਉਦੋਂ ਤਾਂ ਇਹ ਪੰਜਾਬ ਚੋਂ ਕਹਿੰਦੇ ਹੁੰਦੇ ਸੀ ਕਿ ਦੇਖੋ ਕੇਂਦਰ 'ਚ ਕਾਂਗਰਸ ਦੀ ਸਰਕਾਰ ਹੈ, ਇਹ ਮਤਰੇਈ ਵਾਲਾ ਸਲੂਕ ਕਰਦੇ ਨੇ ਪੰਜਾਬ ਦੇ ਨਾਲ, ਇਹ ਸਾਨੂੰ ਉਹ ਕੁਝ ਨਹੀਂ ਦਿੰਦੇ ਜੋ ਕੁਝ ਪੰਜਾਬ ਨੂੰ ਚਾਹੀਦਾ। ਹੁਣ ਚਾਹੀਦਾ ਤਾਂ ਇਹ ਹੈ ਕਿ ਮੌਕਾ ਇਹਨਾਂ ਦੇ ਕੋਲੇ ਕਹਿ ਦੇਣ ਲੋਕਾਂ ਨੂੰ ਕਿ ਸਾਡੀ ਸਰਕਾਰ ਬਣੇ ਭਾਵੇਂ ਨਾ ਬਣੇ, ਪਰ ਅੱਜ ਸਾਡੇ ਹੱਥ ਕੇਂਦਰ ਦੀ ਚਾਬੀ ਆਈ ਹੈ, ਅਸੀਂ ਪੰਜਾਬ ਦੇ ਮਸਲਿਆਂ ਦਾ ਹੱਲ ਕੱਢਾਂਗੇ। ਮੈਨੂੰ ਨਹੀਂ ਲੱਗਦਾ ਜਿਹੜੀ ਅਪਰੋਚ ਹੈਗੀ ਨਾ ਪੰਜਾਬ ਦੇ ਨਾਲ, ਜਿਹੜੀ ਸੈਂਸ ਆਫ ਬਿਲੋਂਗਿੰਗ ਹੈ, ਅਸੀਂ ਦੇਖਿਆ ਉਹਦਾ ਇਤਿਹਾਸ ਪੜ੍ਹ ਕੇ ਦੇਖ ਲਓ, ਪੰਜਾਬੀ ਸੂਬੇ ਦੀ ਗੱਲ ਹੈ ਕਿੱਦਾਂ ਰਜਿਸਟੈਂਸ ਹੋਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਔਰ ਇੱਕ ਖਾਸ ਜਿਹੜੇ ਕਿਸਮ ਦੇ ਜਿਹੜੇ ਕਾਲਜ ਸੀ ਉਹਨਾਂ ਨੇ ਉਹਨੂੰ ਰਜਿਸਟਰ ਕੀਤਾ ਅਫੀਲੀਏਟ ਹੋਣ ਵਾਸਤੇ। ਅਜੇ ਤੱਕ ਵੀ ਉਹ ਝਗੜਾ ਸੁਪਰੀਮ ਕੋਰਟ ਦੇ ਵਿੱਚ ਚੱਲਦਾ, ਉਹ ਯੂਨੀਵਰਸਿਟੀ ਦੀ ਜਿਹੜੀ ਹੈਗੀ ਆ ਅਫੀਲੀਏਸ਼ਨ ਨੂੰ ਨਹੀਂ ਮੰਨਦੇ। ਇਹ ਇਤਿਹਾਸ ਵੀ ਹੈਗਾ ਵਾ, ਇਹ ਸੱਚਾਈ ਵੀ ਹੈਗੀ ਆ। ਦੂਸਰੀ ਗੱਲ ਹੈਗਾ ਕਿ ਇਹ ਲੀਡਰਸ਼ਿਪ ਵਾਸਤੇ, ਬੀਜੇਪੀ ਵਾਸਤੇ ਪੰਜਾਬ ਦੀ ਜਿਹੜੀ ਸਿਗਨੀਫੀਕੈਂਸ ਪੋਲੀਟੀਕਲ ਤੌਰ ਤੇ ਇੰਨੀ ਜ਼ਿਆਦਾ ਨਹੀਂ ਹੈ। ਉਹਨੂੰ ਸਿਰਫ ਇਸ ਚੀਜ਼ ਤੋਂ ਡਰ ਲੱਗਦਾ ਕਿ ਪੰਜਾਬ 'ਚੋਂ ਜਿਹੜੀ ਰਜਿਸਟੈਂਸ ਮਿਲਦੀ, ਜਦੋਂ ਪੰਜਾਬ ਰਜਿਸਟ ਕਰਨਾ ਸ਼ੁਰੂ ਕਰ ਦਿੰਦਾ ਦਿੱਲੀ ਦਰਬਾਰ ਦੇ ਅਗੇਂਸਟ, ਤਾਂ ਰਜਿਸਟੈਂਸ ਜਿਹੜੀ ਆ ਲੋਕ ਲਹਿਰ ਬਣ ਜਾਂਦੀ ਆ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜੇ ਜਿਹੜਾ ਹੈਗਾ ਵਾ ਇਹ ਉਸ ਲੈਵਲ ਤੱਕ ਸੋਚਣਗੇ ਜਾਂ ਉਹ ਕਰਨਗੇ, ਕਿਉਂਕਿ ਏਜੰਡਾ ਹੈ ਨਹੀਂ ਹੈ। ਏਜੰਡਾ ਲੋਕਾਂ ਨੂੰ ਪਾਵਰ ਕਰਨ ਦਾ ਨਹੀਂ ਹੈ, ਏਜੰਡਾ ਲੋਕਾਂ ਨੂੰ ਸੁੱਖ ਸ਼ਾਂਤੀ ਨਾਲ ਰਹਿਣ ਦੇਣ ਦਾ ਨਹੀਂ ਹੈ, ਏਜੰਡਾ ਲੋਕਾਂ ਦੀ ਜਿਹੜੀ ਭਾਈਬੰਦੀ ਆ ਉਹਨੂੰ ਵਧਾਉਣ ਦਾ ਨਹੀਂ ਹੈ। ਏਜੰਡੇ ਤਾਂ ਇਹਨਾਂ ਦੇ ਹੋਰ ਆ। ਏਜੰਡੇ ਇਹ ਆ ਵੀ ਕਿਸ ਤਰੀਕੇ ਦੇ ਨਾਲ ਕਿਹੜੇ ਹਰਬੇ ਵਰਤ ਕੇ ਅਸੀਂ ਇੱਥੋਂ ਵੋਟ ਕੱਢ ਸਕਦੇ ਹਾਂ। ਸੋ ਇਹ ਤਾਂ ਮੇਰੇ ਖਿਆਲ ਆ ਵੀ ਆਪਾਂ ਇਸ ਚੀਜ਼ ਦਾ ਸੋਚਣਾ ਬੰਦ ਕਰ ਦਈਏ। ਡਿਸਕ੍ਰਿਮੀਨੇਸ਼ਨ ਵਾਲੇ ਦਾ ਵੀ ਰੌਣਾ ਸਾਨੂੰ ਹੁਣ ਬੰਦ ਕਰਨਾ ਪਊਗਾ। ਇਹ ਬੜਾ ਲੰਮਾ ਹੋ ਗਿਆ, ਸਾਡੇ ਨਾਲ ਧੱਕਾ ਹੋ ਗਿਆ, ਸਾਡੇ ਨਾਲ ਉਹ ਹੋ ਗਿਆ।
ਜਿਹੜਾ ਧੱਕਾ ਸੈਂਟਰ ਕਰਦਾ ਵਾ ਉਹਦੇ ਨਾਲੋਂ ਜ਼ਿਆਦਾ ਧੱਕਾ ਸਾਡੇ ਇੱਥੇ ਰੂਲਿੰਗ ਪਾਰਟੀ ਨੇ ਆਪਣੇ ਲੋਕਾਂ ਦੇ ਨਾਲ ਕੀਤਾ। ਉਹ ਕੋਈ ਵੀ ਪਾਰਟੀ ਹੋਵੇ, ਪਿਛਲੇ 30-32 ਸਾਲਾਂ ਤੋਂ ਜਿੰਨਾ ਸਾਨੂੰ ਇੱਥੇ ਰਾਜ ਕਰਨ ਵਾਲੀਆਂ ਧਿਰਾਂ ਨੇ ਰੋਲਿਆ ਹੈ, ਰਵਾਇਆ ਹੈ, ਲੁੱਟਿਆ ਹੈ, ਤੇ ਇਹ ਵੀ ਕਹਿ ਦਈਏ ਵੀ ਇੱਕ ਤਰ੍ਹਾਂ ਸਾਰੇ ਕੱਪੜੇ ਲਾ ਲਏ ਆ। ਅਸੀਂ ਕੇਂਦਰ ਨੂੰ ਤਾਂ ਬਲੇਮ ਕਰਨਾ ਬਹੁਤ ਸੌਖਾ ਹੁੰਦਾ। ਹੁਣ ਇਸ ਕਿਸਮ ਦੀ ਸਿਆਸਤ ਦੀ ਲੋੜ ਹੈਗੀ ਆ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋਈਏ। ਪੰਜਾਬ ਦੀ ਇੱਕ ਖਾਸੀਅਤ ਹੈ, ਪੰਜਾਬ ਕਿਸੇ ਵੇਲੇ ਵੀ ਬਾਉਂਸ ਬੈਕ ਕਰ ਸਕਦਾ। ਪੰਜਾਬ ਦਾ ਇੱਕ ਇਤਿਹਾਸ ਹੈ, ਬਹੁਤ ਵੱਡੇ ਵੱਡੇ ਮਸਲੇ ਆਏ ਆ, ਬਹੁਤ ਵੱਡਾ ਜਿਹੜਾ ਤੁਹਾਨੂੰ ਹੈਗਾ ਚੈਲੰਜ ਆਏ ਆ। ਐਗਜ਼ਿਸਟੈਂਸ ਦਾ ਚੈਲੰਜ ਸੀਗਾ, ਪੰਜਾਬ ਉਦੋਂ ਵੀ ਆਪਣੇ ਪੈਰਾਂ ਤੇ ਖੜਿਆ ਹੋਇਆ। ਪਰ ਇੱਕੋ ਸਾਨੂੰ ਚਾਹੀਦਾ ਕਿ ਜਿਹੜੀ ਰਵਾਇਤੀ ਲੀਡਰਸ਼ਿਪ ਹੈਗੀ ਆ, ਜਿੱਦਾਂ ਹੁਣ ਜਿਸ ਤਰੀਕੇ ਦਾ ਹੁਣ ਇਹਨਾਂ ਦਾ ਜਲੂਸ ਨਿਕਲ ਡਿਆ, ਇਹ ਆਇਆ ਰਾਮ ਗਿਆ ਰਾਮ, ਤੇ ਚਲਾ 14 ਦਿਨਾਂ ਦੇ ਵਿੱਚ 3 ਥਾਈਂ ਇੱਧਰ ਉੱਧਰ ਹੋਇਆ ਸੀ। ਹੁਣ ਵਾਲੇ ਤਾਂ ਸ਼ਾਮ ਨੂੰ ਆ ਜਾਂਦੇ, ਸਵੇਰੇ ਕਿਤੇ ਹੁੰਦੇ ਆ। ਇੰਨਾ ਜ਼ਿਆਦਾ ਇਹਨਾਂ ਨੇ ਜਿਹੜੀ ਹੈਗੀ ਰਾਜਨੀਤੀ ਨੂੰ ਥੱਲੇ ਸੁੱਟਤਾ। ਮੈਨੂੰ ਲੱਗਦਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਆਪਣਾ ਹੰਬਲਾ ਮਾਰ ਕੇ, ਇਕੱਠੇ ਹੋ ਕੇ, ਮੈਂ ਨੂੰ ਛੱਡ ਕੇ ਅਸੀਂ ਦੇ ਵਿੱਚ ਆ ਕੇ ਇੱਕ ਉਹ ਪ੍ਰੋਗਰਾਮ ਬਣਾਉਣਾ ਪੈਣਾ ਹੈ, ਉਹ ਏਜੰਡਾ ਬਣਾਉਣਾ ਪੈਣਾ ਹੈ। ਉਹ ਏਜੰਡਾ ਤੁਹਾਡਾ ਰਾਜਨੀਤਿਕ ਹੋ ਸਕਦਾ ਵਾ, ਉਹ ਏਜੰਡਾ ਤੁਹਾਡਾ ਸਮਾਜਿਕ ਤੌਰ ਤੇ ਤਾਂ ਹੈ ਹੀ ਹੈ, ਜਿਹੜਾ ਤੁਹਾਡਾ ਆਕੂਪੇਸ਼ਨਲ ਤੌਰ ਤੇ ਵੀ ਹੈਗਾ। ਪੰਜਾਬੀ ਦੇ ਤੌਰ ਤੇ ਏਜੰਡਾ ਬਣਾ ਕੇ ਸਾਨੂੰ ਖੁਦ ਕੋਈ ਹੰਬਲਾ ਮਾਰਨਾ, ਸਾਡਾ ਨਾ ਸੈਂਟਰ ਨੇ ਕੁਝ ਕਰਨਾ, ਨਾ ਰਵਾਇਤੀ ਪਾਰਟੀਆਂ ਨੇ ਕੁਝ ਕਰਨਾ ਵਾ। ਇਹ ਸਾਨੂੰ ਮੰਗਤਿਆਂ ਬਣਾ ਕੇ ਰੱਖਣਗੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹਨਾਂ ਤੋਂ ਆਸ ਛੱਡ ਕੇ ਸਾਡੇ ਆਪਣੇ ਸੋਰਸਿਸ ਬਹੁਤ ਹੈ, ਬਹੁਤ ਲੋਕ ਬੈਠੇ ਆ ਪੰਜਾਬ ਦੀ ਮਦਦ ਕਰਨ ਵਾਲੇ। ਤੁਸੀਂ ਦੇਖੋ ਵੀ ਕੱਲੇ ਬੰਦੇ ਨੇ ਕਈ ਦਿਨ ਤੱਕ ਬਾਰਡਰ ਦੇ ਉੱਤੇ ਲੰਗਰ ਚਲਾ ਛੱਡਿਆ। ਕਈ ਕੱਲੇ ਬੰਦੇ ਜਿਹੜੇ ਆ ਉਹ ਸਕੂਲ ਚਲਾਉਣ ਨੂੰ ਜਿਹੜੇ ਹੈਗੇ ਆ ਉਹ ਤਿਆਰ ਬੈਠੇ ਆ, ਹਸਪੀਟਲ ਚਲਾਉਣ ਨੂੰ ਤਿਆਰ ਹੈਗੇ ਆ। ਬਹੁਤ ਸਾਰੀਆਂ ਸਾਡੇ ਕੋਲ ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਹੈਗੀਆਂ। ਬਹੁਤ ਲੋਕੀ ਵੇਟ ਕਰ ਰਹੇ ਆ ਕਿ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਵੇ। ਪੰਜਾਬ ਦੇ ਵਿੱਚ ਗੈਰਤਮੰਦ ਜਿਹੜੇ ਲੋਕ ਹੈਗੇ ਆ, ਜਿਹੜੇ ਅਣਖੀ ਲੋਕ ਜਿਹੜੇ ਹੈਗੇ ਆ, ਜਿਹੜੇ ਗੈਰਤ ਵਾਲੇ ਲੋਕ ਹੈਗੇ ਆ, ਅਣਖੀ ਲੋਕ ਜਿਹੜੇ ਹੈਗੇ ਆ, ਉਹ ਅੱਗੇ ਆਉਣ, ਅੱਗੇ ਖੜੇ ਹੋਣ, ਇਹਨਾਂ ਤੋਂ ਛੁਟਕਾਰਾ ਪਾਉਣ। ਇੱਕ ਆਟੋਨਮਸ ਸੋਚ ਜਿਹੜੀ ਆ ਅਗਲੇ ਪਾਸੇ ਵੱਲ ਵਧੇ, ਤਾਂ ਕਿ ਅਸੀਂ ਇਹ ਜਿਹੜਾ ਸਾਡਾ ਪੁਰਾਣੇ ਸਮੇਂ 'ਚ ਇਹਨਾਂ ਰਾਜਨੀਤਿਕ ਪਾਰਟੀਆਂ ਕੋਲ ਹਥਿਆਰ ਹੁੰਦਾ ਸੀ, ਸੈਂਟਰ ਧੱਕਾ ਕਰ ਰਿਹਾ, ਉਹਨੇ ਸਾਨੂੰ ਕੁਛ ਨਹੀਂ ਕਰਨ ਦਿੱਤਾ ਜੀ, ਉਹ ਸਾਨੂੰ ਜਿਹੜਾ ਹੈਗਾ ਐਕਸਪਲੋਇਟ ਕਰਦਾ। ਮੈਨੂੰ ਲੱਗਦਾ ਵੀ ਇਸ ਰੋਣੇ ਧੋਣੇ ਤੋਂ ਬਾਹਰ ਨਿਕਲ ਕੇ ਹੁਣ ਸਾਨੂੰ ਘੱਟੋ ਘੱਟ ਪੰਜਾਬ ਦੇ ਲੋਕਾਂ ਦੀ ਮੈਂ ਗੱਲ ਕਰਦਾ, ਜਾਂ ਜਿਹੜੇ ਇਨੀਸ਼ੀਏਟਿਵ ਲੈ ਸਕਦੇ ਉਹਨਾਂ ਨੂੰ ਅੱਗੇ ਆਣ ਕੇ ਇਹਨਾਂ ਸਾਰੀਆਂ ਤਾਕਤਾਂ ਨੂੰ, ਜਿੱਦਾਂ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਇਹਨਾਂ ਨੂੰ ਚੈਲੰਜ ਕੀਤਾ। ਇਹ ਕਾਨੂੰਨ ਬਣਾਉਣ ਦੇ ਵਿੱਚ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ ਹੈਗੀ ਆ, ਇਹ 'ਚ ਬੀਜੇਪੀ ਬਰਾਬਰ ਦੀ ਜ਼ਿੰਮੇਵਾਰ ਹੈਗੀ ਆ, ਤੁਹਾਡੀ ਅਕਾਲੀ ਦਲ ਜ਼ਿੰਮੇਵਾਰ ਹੈਗੀ ਆ, ਸਾਰੀਆਂ ਪਾਰਟੀਆਂ ਜ਼ਿੰਮੇਵਾਰੀਆਂ ਹੈਗੀਆਂ। ਇਹ ਸਾਰੀਆਂ ਤਰ੍ਹਾਂ ਇੱਕ ਪਾਸੇ ਵੱਲ ਸੀ, ਕਿਸਾਨ ਇੱਕ ਪਾਸੇ ਵੱਲ ਸੀਗੇ। ਔਰ ਕਿਸ ਤਰੀਕੇ ਨਾਲ ਇਕੱਠਿਆਂ ਹੋ ਕੇ ਇਹ ਵੱਡੇ ਮਸਲੇ ਦਾ, ਇਹ ਬਹੁਤ ਵੱਡੀ ਇਹਨਾਂ ਦੀ ਅਚੀਵਮੈਂਟ ਹੈਗੀ ਆ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਸਰਕਾਰਾਂ ਨੇ, ਇਹੋ ਜਿਹੇ ਸਾਮਰਾਜਾਂ ਨੇ ਇਹਨੇ ਧੱਕੇ ਦੇ ਨਾਲ ਇਹ ਕਾਨੂੰਨ ਬਣਾਏ ਹੋਣ ਤੇ ਮੁੜ ਕੇ ਕਿਸ ਤਰੀਕੇ ਨਾਲ ਵਾਪਸ ਲਏ ਆ। ਮੇਰੇ ਖਿਆਲ ਇਹ ਸਾਨੂੰ ਰਾਹ ਦਿਖਾਉਂਦਾ ਵਾ ਕਿ ਇਹਨਾਂ ਤੋਂ ਆਸ ਛੱਡ ਕੇ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਚਾਹੇ ਮੋਦੀ ਦੀ ਸਰਕਾਰ ਆ, ਚਾਹੇ ਕਾਂਗਰਸ ਦੀ ਸਰਕਾਰ ਆ, ਚਾਹੇ ਜਿਹੜੀਆਂ ਇੱਥੋਂ ਰਵਾਇਤੀ ਪਾਰਟੀਆਂ, ਇਹ ਜਿਹੜੇ ਵਾਅਦੇ ਕਰਦੇ ਆ, ਜਿਹੜੇ ਇਹਨਾਂ ਨੇ ਹੁਣ ਆਉਣ ਵਾਲੇ ਸਮੇਂ 'ਚ ਵਾਅਦੇ ਕਰਨੇ, ਕੋਈ ਕਹਿੰਦਾ 2000 ਦਊਂਗਾ, ਕਦੀ 1000 ਦਊਂ, ਕੱਖ ਨਹੀਂ ਦੇਣਾ ਇਹਨਾਂ ਨੇ। ਇਹਨਾਂ ਕੋਲ ਕੁਛ ਨਹੀਂ। ਪੰਜਾਬ ਆਲਰੇਡੀ ਸ਼ਰਿੰਕ ਹੋ ਚੁੱਕਾ, ਆਲਰੇਡੀ ਖਾਲੀ ਹੋ ਚੁੱਕਾ। ਹੁਣ ਤਾਂ ਸਿਰਫ ਇਹ ਆ ਕਿ ਜੇ ਲੋਕੀ ਅੱਗੇ ਲੱਖ ਦੇ ਕਰਜ਼ੇਦਾਰ, ਹਰ ਬੰਦੇ ਦੇ ਸਿਰ ਦੇ ਉੱਤੇ ਉਹਨੇ ਵਾਲ ਨਹੀਂ ਜਿੰਨਾ ਕਰਜ਼ਾ ਹੈਗਾ, ਇਹ ਹੁਣ ਪਤਾ ਨਹੀਂ ਹੋਰ ਕੀ ਵੇਚਣਗੇ ਜਾਂ ਕੀ ਕਰਨਗੇ, ਤੇ ਫਿਰ ਇਹ ਥੋੜਾ ਬਹੁਤਾ ਕੰਮ ਚਲਾਉਣਗੇ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਇਹਨਾਂ ਤੋਂ ਆਸ ਛੱਡ ਕੇ ਹੁਣ ਲੋਕਾਂ ਨੂੰ ਜਿਹੜਾ ਆਪਣੇ ਤੌਰ ਤੇ ਅੱਗੇ ਨਿਕਲ ਕੇ ਜਿਹੜਾ ਹੈਗਾ ਆਪਣਾ ਬੰਦੋਬਸਤ ਆਪ ਕਰਨਾ ਚਾਹੀਦਾ। ਬਿਲਕੁਲ ਪ੍ਰੋਫੈਸਰ ਸਾਹਿਬ, ਅੱਗੇ ਤਾਂ ਨਿਕਲੇ ਸੰਯੁਕਤ ਸਮਾਜ ਮੋਰਚਾ, ਰਾਜੇਵਾਲ ਸਾਹਿਬ ਹੋਣੀ ਆ ਗਏ, ਉਧਰੋਂ ਚੜੂਨੀ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ। ਪਰ ਜਿਹੜਾ ਉਹੀ ਕਹਿੰਦੇ ਕਿ ਜਾ ਕੇ ਦਿੱਲੀ ਦੇ ਪੈਰਾਂ 'ਚ ਬਹਿਣਾ, ਇਹ ਜਿਹੜੀਆਂ ਆਮ ਚਰਚਾਵਾਂ ਪੰਜਾਬ 'ਚ ਚੱਲਦੀਆਂ ਨੇ ਕਿ ਕੇਜਰੀਵਾਲ ਸਾਹਿਬ ਦੇ ਨਾਲ ਜਾ ਕੇ ਗੱਠਜੋੜ ਕਰਨਾ ਹੈ ਜਾਂ ਨਹੀਂ ਕਰਨਾ, ਹਾਲਾਂਕਿ ਉਹ ਇਕਾਂਤਵਾਸ ਵਿੱਚ ਨੇ। ਪਰ ਇਹਦੇ ਵਿੱਚ ਇਹ ਵੀ ਆ ਕਿ ਉਹ ਭਗਵੰਤ ਮਾਨ ਹੋਰਾਂ ਦਾ ਕੀ ਫੈਸਲਾ ਕਰਨਾ ਆ, ਜਾਂ ਪੰਜਾਬ ਦੇ ਲੋਕ ਇਹਨੂੰ ਕਿਵੇਂ ਕਬੂਲ ਕਰਨਗੇ ਕਿ ਕਿਸਾਨਾਂ ਨੇ ਜਾ ਕੇ, ਜੇ ਕੇਜਰੀਵਾਲ ਸਾਹਿਬ ਹੋਣੀ ਜਾਂ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਬਾਕੀ ਸਾਰੀਆਂ ਪਾਰਟੀਆਂ ਦਾਗੀ ਨੇ, ਅਸੀਂ ਪਾਕ ਸਾਫ ਆ, ਤੁਸੀਂ ਸਾਡੇ ਵੱਲ ਆਓ, ਆਪਾਂ ਰਲ ਕੇ ਗੱਠਜੋੜ ਬਣਾ ਲਈਏ। ਫਿਰ ਇਹ 60% ਦਾ ਜਿਹੜਾ ਕਿਸਾਨਾਂ ਨੇ ਕਿਹਾ ਕਿ ਸਾਨੂੰ ਘੱਟੋ ਘੱਟ 60% ਜਿਹੜੀਆਂ ਉਹ ਸੀਟਾਂ ਚਾਹੀਦੀਆਂ, ਉਹ ਤਾਂ ਅੱਗੇ ਹੀ 100 ਤੋਂ ਉੱਤੇ ਸੀਟਾਂ ਐਲਾਨ ਚੁੱਕੇ ਨੇ, 117 ਸੀਟਾਂ ਨੇ। ਤੇ ਫਿਰ ਇਹ ਕਿੱਦਾਂ ਗੱਠਜੋੜ ਬਣੇਗਾ? ਤੇ ਦੂਜਾ ਜਿਹੜਾ ਏਜੰਡਾ, ਕਿ ਸੋਚ, ਜਿਹੜੀ ਸੋਚ ਦੀ ਤੁਸੀਂ ਗੱਲ ਕਰਦੇ ਹੋ, ਉਹਦੀ ਉਮੀਦ ਲੋਕ ਕਿਸਾਨਾਂ ਤੋਂ ਲਾਈ ਬੈਠੇ ਨੇ। ਮੈਂ ਕਿਉਂਕਿ ਰਾਜੇਵਾਲ ਸਾਹਿਬ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਬਹੁਤ ਸਤਿਕਾਰਯੋਗ ਔਰ ਸਭ ਤੋਂ ਹੀ ਮੇਰੇ ਖਿਆਲ ਸਮਝਦਾਰ, ਪੁਰਾਣੇ
ਜਿਨ੍ਹਾਂ ਨੂੰ ਕਿਸਾਨੀ ਦੇ ਜਿਹੜੇ ਦਾਅ ਪੇਚ ਹੈਗੇ ਆ ਜਾਂ ਕਿਸਾਨੀ ਸਮੱਸਿਆ ਬਾਰੇ ਬਹੁਤ ਪਤਾ ਹੈ, ਬਹੁਤ ਪੁਰਾਣੇ ਲੀਡਰ ਹੈ। ਕਿਉਂਕਿ ਮੈਂ ਇਹ ਜਿਹੜੀ ਸੁਣੀ ਸੁਣਾਈ ਗੱਲ ਹੈਗੀ ਮੈਂ ਉੱਤੇ ਉਹ ਨਹੀਂ ਕਰਦਾ ਕਿ ਉਹ ਕਿੱਥੇ ਜਾਣਾ ਚਾਹੁੰਦੇ, ਕਿਵੇਂ ਜਾਣਾ ਚਾਹੁੰਦੇ ਆ, ਕਿਵੇਂ ਰੱਖਿਆ, ਉਹ ਸਾਰੀ ਗੱਲ ਹੈਗੀ ਆ। ਜਿਸ ਤਰੀਕੇ ਨਾਲ ਉਹਨਾਂ ਨੇ ਸਾਰੇ ਇਸ ਅੰਦੋਲਨ ਦੇ ਵਿੱਚੋਂ ਜਿਹੜਾ ਹੈਗਾ ਕਿਸਾਨ ਸੰਘਰਸ਼ ਨੂੰ ਬਹੁਤ ਜਿੱਤ ਵਾਲੇ ਪਾਸੇ ਲੈ ਕੇ ਗਏ ਆ। ਹੋਰਨਾਂ ਲੀਡਰਾਂ ਦੇ ਨਾਲ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਹ ਠੀਕ ਨਹੀਂ ਵੀ ਇਕੱਲੇ ਰਾਜੇਵਾਲ ਹੁਣੇ ਹੀ ਇਹਦੇ ਵਿੱਚ ਜਿਹੜੇ ਕੇਂਦਰ ਬਿੰਦੂ ਰਹੇ, ਹੋਰ ਬਹੁਤ ਸੀਗੇ, ਸਾਰੀਆਂ ਜਥੇਬੰਦੀਆਂ ਹੈਗੀਆਂ ਸੀ, ਕਿਸੇ ਦਾ ਥੋੜਾ ਰੋਲ ਹੁੰਦਾ, ਕਿਸੇ ਦਾ ਜ਼ਿਆਦਾ ਰੋਲ ਹੁੰਦਾ ਵਾ। ਤੋ ਇਸ ਕਰਕੇ ਇਹ ਬਹੁਤ ਪ੍ਰੋਮੀਨੈਂਟ ਲੀਡਰ ਰਹੇ ਆ। ਹਾਂ, ਇਹਨਾਂ ਨੇ ਮੈਂ ਪਰਸਨਲੀ ਲਿਖਿਆ ਵੀ ਸੀਗਾ ਕਿ ਕਿਸਾਨ ਜਥੇਬੰਦੀਆਂ ਨੂੰ ਅੱਜ ਤੋਂ 4-5 ਮਹੀਨੇ ਪਹਿਲੋਂ ਏਜੰਡੇ ਤੇ ਜ਼ੋਰ ਦੇਣਾ ਚਾਹੀਦਾ ਵਾ। ਇਲੈਕਸ਼ਨ ਵਾਲੇ ਪਾਸੇ ਅਜੇ ਟਾਈਮ ਨਹੀਂ ਆਇਆ, ਥੋੜਾ ਹੋਰ ਵੇਟ ਕਰਕੇ ਕੋਈ ਨੈਸ਼ਨਲ ਲੈਵਲ ਦਾ ਪਲੇਟਫਾਰਮ, ਕਿਉਂਕਿ ਇਹਨਾਂ ਦੀ ਨੈਸ਼ਨਲ ਲੈਵਲ ਤੇ ਇੱਕ ਆਰਗੇਨਾਈਜੇਸ਼ਨ ਬਣ ਗਈ ਆ 500 ਕਿਸਾਨਾਂ ਦੀ, ਬੜਾ ਵਧੀਆ ਕੋਆਰਡੀਨੇਸ਼ਨ ਚੱਲਿਆ, ਬੜੀ ਇਹਨਾਂ 'ਚ ਆਪਸ ਵਿੱਚ ਸਮਝਦਾਰੀ ਬਣੀ, ਪ੍ਰਾਂਤਾਂ ਦੇ ਤੌਰ ਦੇ ਉੱਤੇ ਬਹੁਤ ਵੱਡੀ ਜਿਹੜੀ ਹੈ ਇਹ ਕਾਮਯਾਬੀ ਹੈਗੀ ਸੀ। ਪਰ ਚਲੋ ਇਹਨਾਂ ਨੇ ਫੈਸਲਾ ਲੈ ਲਿਆ, ਜਰੂਨੀ ਸਾਹਿਬ ਨੇ ਫੈਸਲਾ ਚਲੋ ਆਪਣੇ ਤੌਰ ਤੇ ਲੈ ਲਿਆ। ਜਰੂਨੀ ਸਾਹਿਬ ਮੇਰੇ ਹਰਿਆਣੇ ਦੇ ਸ਼ਾਹਬਾਦ ਮਰਕੰਡੇ ਦੇ ਹੈਗੇ ਆ, ਉਹ ਪੰਜਾਬ 'ਚ ਕਿਉਂ ਇੰਨਾ ਜ਼ਿਆਦਾ ਇੰਟਰਸਟਡ ਹੈਗੇ ਆ, ਉਹ ਉਹੀ ਜ਼ਿਆਦਾ ਜਾਣਦੇ ਹੋ ਸਕਦੇ ਆ। ਪਰ ਜਿਹੜੀ ਮੇਰੀ ਜਾਣਕਾਰੀ ਹੈਗੀ ਆ ਵੀ ਸ਼ਾਇਦ ਉਹ ਉਹਨਾਂ ਲੋਕਾਂ ਦੇ ਉਹਨੂੰ ਸਪੋਰਟ ਕਰ ਰਿਹਾ ਜਿਹੜੇ ਲੋਕਾਂ ਨੂੰ ਪੰਜਾਬ ਪਹਿਲਾਂ ਬਹੁਤ ਬੁਰੀ ਤਰ੍ਹਾਂ ਰਿਜੈਕਟ ਕਰ ਚੁੱਕਾ ਹੈ। ਤੇ ਜਿਹੜੀ ਇਹ ਜਿਹੜੀ ਮੇਰੀ ਸਮਝ ਹੈਗੀ ਆ ਜਾਂ ਜਿਹੜੀ ਮੈਨੂੰ ਜਾਣਕਾਰੀ ਹੈਗੀ, ਹੋ ਸਕਦਾ ਹੈ ਜਾਣਕਾਰੀ ਗਲਤ ਹੋਵੇ, ਕਿਉਂਕਿ ਤੁਸੀਂ ਇਲੈਕਸ਼ਨਾਂ ਲੜਨੀਆਂ ਬਹੁਤ ਸੌਖੀਆਂ ਨੇਗੀਆਂ, ਇਹ ਔਖੀਆਂ ਨੇਗੀਆਂ। ਤੁਸੀਂ ਆ ਜਾਓ ਉਹਦੇ ਵਿੱਚੋਂ ਲੜ ਲਓ, ਪਰ ਇਲੈਕਸ਼ਨਾਂ ਜਿੱਤਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਜਿਹੜਾ ਇੱਕ ਬਹੁਤ ਸੋਲਿਡ ਪ੍ਰੋਗਰਾਮ ਚਾਹੀਦਾ, ਸੋਲਿਡ ਏਜੰਡਾ ਚਾਹੀਦਾ। ਪੰਜਾਬ ਦੇ ਵਿੱਚ ਵੀ 2/3 ਜਿਹੜੇ ਆ ਲੋਕ ਜਥੇਬੰਦੀਆਂ ਉਹਨਾਂ ਨੇ ਇਲੈਕਸ਼ਨ ਲੜੀ ਆ, ਜਿਹੜੀ ਦੂਸਰੇ ਹੈਗੇ ਉਹਨਾਂ ਨੇ ਨਹੀਂ ਲੜੀ, ਠੀਕ ਆ। ਪਰ ਮੈਨੂੰ ਇਹ ਲੱਗਦਾ ਵੀ ਜੇ 2/3 ਜਥੇਬੰਦੀਆਂ ਕੋਈ ਏਜੰਡਾ ਬਣਦਾ ਇਹਨਾਂ ਦਾ, ਕਿਉਂਕਿ ਸਮਾਂ ਬਹੁਤ ਥੋੜਾ, ਸਮਾਂ ਤਾਂ ਬਿਲਕੁਲ ਬਹੁਤ ਥੋੜਾ ਹੈ, ਔਰ ਇਹਦੇ ਵਿੱਚ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਇਹ ਸਾਰੇ ਇਹੀ ਜਾਣਦੇ ਆ। ਕਿੱਦਾਂ ਦੀ ਇਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਆ, ਕਿੱਦਾਂ ਦੇ ਕੈਂਡੀਡੇਟ ਖੜੇ ਕਰਨਗੇ, ਕਿੱਦਾਂ ਦੇ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਿਹੜੇ ਲੋਕ ਉੱਥੇ ਫਰੰਟ ਲਾਈਨ ਦੇ ਉੱਤੇ ਸੀਗੇ ਉਹ ਇੱਥੇ ਕੈਂਡੀਡੇਟ ਵੀ ਚੰਗੇ ਹੋਣਗੇ। ਹੋ ਸਕਦਾ ਇਹਦੇ ਵਿੱਚ ਉਹਨਾਂ ਨੂੰ ਕੋਈ ਹੋਰ ਸੈਕੰਡ ਲਾਈਨ ਵਾਲੇ, ਦੂਸਰੇ ਤੀਸਰੇ, ਕਿਉਂਕਿ ਇਹਨਾਂ ਦਾ ਜੇ ਮਸਲਾ ਬਹੁਤ ਖੜਾ ਹੈ, ਕੇਂਦਰ ਸਰਕਾਰ ਦੇ ਨਾਲ ਪੰਗਾ ਉਸੇ ਤਰੀਕੇ ਨਾਲ ਖੜਾ ਹੈ, ਔਰ ਬਹੁਤ ਸਾਰੇ ਮੁੱਦੇ ਉਸੇ ਤਰੀਕੇ ਨਾਲ ਹੀ ਖੜੇ ਆ। ਤੇ ਉਹ ਜਿਹੜਾ ਹੁਣ ਉਹਨਾਂ ਨੂੰ ਕ੍ਰਿਟਿਸਿਜ਼ਮ ਕਰਨ ਦਾ ਮੌਕਾ ਮਿਲ ਗਿਆ, ਜਿੱਦਾਂ ਪਾਰਟੀਆਂ ਹੁਣ ਦੁਸ਼ਪ੍ਰਚਾਰ ਵੀ ਕਰ ਰਹੀਆਂ ਵੀ ਇਹ ਤੇ ਪੋਲੀਟੀਕਲ ਬੰਦੇ ਸੀਗੇ ਤੇ ਇਹ ਪੋਲੀਟੀਕਲ ਪੋਲਿਟਿਕਸ ਖੇਡਣਾ ਚਾਹੁੰਦੇ ਸੀਗੇ, ਤੇ ਇਸ ਕਰਕੇ ਇਹਨਾਂ ਦਾ ਏਜੰਡਾ ਹੀ ਇਹ ਸੀਗਾ। ਇਹਦੇ ਨਾਲ ਠੀਕ ਆ, ਇਹ ਜ਼ਿਆਦਾ ਜਾਣਦੇ ਆ ਵੀ ਸੈਟਬੈਕ ਲੱਗੂਗੀ ਜਾਂ ਤਗੜੇ ਹੋ ਕੇ ਨਿਕਲਣਗੇ। ਪਰ ਕਹਿਣ ਤੋਂ ਭਾਵ ਹੈ ਕਿ ਜੇ ਇਹਨਾਂ ਡਿਸਾਈਡ ਕਰ ਲਿਆ ਦੈਨ ਦੇ ਸ਼ੁੱਡ ਗੋ ਹੈਡ, ਇਹਨਾਂ ਨੂੰ ਅੱਗੇ ਜਾਣਾ ਚਾਹੀਦਾ, ਅੱਗੇ ਜਾ ਕੇ, ਕਿਉਂਕਿ ਧਿਰ ਬਣਨ ਦੀ ਲੋੜ ਹੈਗੀ ਆ। ਜੇ ਧਿਰ ਬਣਨਾ ਚਾਹੁੰਦੇ ਆ, ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ ਜਿਹੜੇ ਲੋਕ ਉੱਥੋਂ ਆਏ ਆ, ਜਦੋਂ ਦਿੱਲੀ ਗਏ ਸੀ ਪਿੰਡਾਂ ਦੇ ਲੋਕ, ਉਹ ਕਿਸਾਨ ਬਣ ਗਏ ਸੀ। ਇੱਥੇ ਪਿੰਡਾਂ ਦੇ ਵਿੱਚ ਉਹ ਅਕਾਲੀ ਸੀਗੇ, ਪਿੰਡਾਂ ਦੇ ਵਿੱਚ ਉਹ ਕਾਂਗਰਸੀ। ਹਾਂ, ਇਹ ਬਹੁਤ ਪੋਜ਼ਿਟਿਵ ਚੀਜ਼ ਕਹਿ ਦਈਏ, ਵੈਸੇ ਤਾਂ ਦੁਖਦਾਈ ਚੀਜ਼ ਆ। ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਪੱਕਾ ਢਾਂਚਾਗਤ ਆਧਾਰ ਨਹੀਂ ਹੈਗਾ ਜਿਹੜਾ ਪਹਿਲਾਂ ਹੁੰਦਾ ਸੀਗਾ। ਇਸੇ ਕਰਕੇ ਫਰੀਕੁਐਂਟਲੀ ਲੋਕ ਇੱਕ ਧੜੇ ਤੋਂ ਦੂਸਰੇ ਧੜੇ ਵੱਲ ਜਾਂਦੇ ਆ, ਦੂਸਰੇ ਧੜੇ ਤੋਂ ਦੂਸਰੇ ਧੜੇ ਵੱਲ ਜਾਂਦੇ ਆ। ਪੰਜਾਬ ਦੀ ਰਾਜਨੀਤੀ ਸਿਧਾਂਤਾਂ ਵਾਲੀ ਨਹੀਂ ਹੈ, ਪੰਜਾਬ ਦੀ ਰਾਜਨੀਤੀ ਜਿਹੜੀ ਆ ਵਿਚਾਰਧਾਰਕ ਨਹੀਂ ਹੈ, ਇਹ ਧੜਿਆਂ ਦੀ ਰਾਜਨੀਤੀ ਆ। ਜਿਹੜੇ ਲੋਕ ਉੱਥੋਂ ਵਾਪਸ ਆਏ ਆ, ਇਹ ਉਹਨਾਂ ਲੋਕਾਂ ਦੀ ਵੀ ਸੋਚ ਹੈਗੀ ਸੀਗੀ ਕਿ ਉਹ ਵਾਪਸ ਆਣ ਕੇ ਫਿਰ ਉਸੇ ਜਿਹੜੀ ਦਲਗਲ ਵਾਲੀ ਰਾਜਨੀਤੀ ਆ ਪਿੰਡ ਦੇ ਵਿੱਚ, ਉਹਦੇ ਵਿੱਚ ਫਸਦੇ ਫਿਰਦੇ ਸੀਗੇ, ਤੇ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਨੂੰ ਧਿਰ ਬਣਨਾ ਚਾਹੀਦਾ। ਔਰ ਜੇ ਉਹ ਧਿਰ ਬਣਦੇ ਆ, ਜੇ ਇਹ ਫੀਡਬੈਕ ਦੇ ਬੇਸਿਸ ਤੇ ਡਿਸੀਜਨ ਲਿਆ ਵਾ, ਤਾਂ ਮੈਨੂੰ ਲੱਗਦਾ ਬਹੁਤ ਚੰਗੀ ਚੀਜ਼ ਆ। ਉਹਦਾ ਕਾਰਨ ਇਹ ਹੈ ਕਿ 5 ਤਕੋਨੀ ਜਿਹੜਾ ਹੈਗਾ ਇਹ ਮੁਕਾਬਲਾ ਹੋਣ ਜਾ ਰਿਹਾ, ਔਰ ਇਹ 5 ਤਕੋਨੀ ਮੁਕਾਬਲੇ ਦੇ ਵਿੱਚ ਤੁਸੀਂ ਕੋਈ ਇਹਦੇ ਉੱਤੇ ਕੋਈ ਅੰਦਾਜ਼ਾ ਨਹੀਂ ਲਾ ਸਕਦੇ। ਔਰ ਇਹ ਜਿਹੜੀ ਖਾਸ ਕਰਕੇ ਕਿਸਾਨਾਂ ਦੇ ਇਸ ਜਿਹੜਾ ਮੋਰਚਾ ਹੈਗਾ, ਸਮਾਜ ਮੋਰਚਾ, ਇਹਦਾ ਐਡਵਾਂਟੇਜ ਇਹ ਹੈਗਾ ਕਿ ਹਰ ਪਿੰਡ ਦੇ ਵਿੱਚ ਇਹਨਾਂ ਨੂੰ ਪੋਲਿੰਗ ਜਿਹੜੇ ਸਟੇਸ਼ਨ ਦੇ ਉੱਤੇ ਆਪਣੇ ਏਜੰਟ ਜਿਹੜੇ ਬਣਾਉਣੇ ਆ, ਜਾਂ ਉੱਥੇ ਬੰਦੇ 10-10, 20-20 ਬਿਠਾਉਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਣੀ। ਔਰ ਇਹੀ ਵੱਡਾ ਚੈਲੰਜ ਜਿਹੜਾ ਹੈਗਾ ਰਵਾਇਤੀ ਪਾਰਟੀਆਂ ਨੂੰ ਪਾ ਸਕਦੇ ਆ, ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਸਾਰੇ ਦੇਖਦੇ ਹਾਂ, ਜੇ ਤੁਸੀਂ ਪਿੰਡ ਨੂੰ ਬਿਲੋਂਗ ਕਰਦੇ ਹੋ, ਉੱਥੇ ਮੂੰਹ ਮਲਾਜੇ ਨਾਲ ਵੋਟ ਪੈਂਦੀ ਆ, ਉੱਥੇ ਧੜੇ ਨਾਲ ਵੋਟ ਪੈਂਦੀ ਆ। ਤੋ ਕਿਸਾਨ ਅੰਦੋਲਨ ਨੇ ਇਸ ਧਿਰ ਨੂੰ ਪਿੰਡ ਦੀ ਰਾਜਨੀਤੀ ਦੇ ਵਿੱਚ ਇੱਕ ਧਿਰ ਬਣਾ ਦਿੱਤਾ ਹੈ, ਔਰ ਜੇ ਉਹ ਧਿਰ ਬਣ ਜਾਂਦੇ ਆ, ਮਟੀਰੀਅਲਾਈਜ਼ ਹੋ ਜਾਂਦਾ ਵਾ, ਤੇ ਇਹ ਚੰਗਾ ਤਜਰਬਾ ਲੈ ਕੇ ਨਿਕਲ ਸਕਦੇ ਆ। ਮੈਂ ਨਹੀਂ ਕਹਿੰਦਾ ਵੀ 60% ਜਿਸ ਬੇਸਿਸ ਤੇ ਕਹਿੰਦੀ ਆ ਵੀ 60% ਇਹਨੂੰ ਲੱਗਦਾ ਵੀ ਅਸੀਂ ਆਪਣੀ ਸਰਕਾਰ ਬਣਾ ਲਾਂਗੇ ਜਾਂ ਨਹੀਂ ਬਣਾ ਲਾਂਗੇ, ਬਣ ਵੀ ਸਕਦੀ ਆ, ਨਹੀਂ ਬਣ ਸਕਦੀ, ਕੁਛ ਨਹੀਂ ਕਿਹਾ ਜਾ ਸਕਦਾ। ਅੱਜ ਕੱਲ੍ਹ ਦੇ ਜ਼ਮਾਨੇ 'ਚ ਕੁਛ ਵੀ ਹੋ ਸਕਦਾ। ਤੇ ਕੇਜਰੀਵਾਲ 2014 ਦੇ ਵਿੱਚ ਪੰਜਾਬ 'ਚੋਂ 25% ਵੋਟ ਸ਼ੇਅਰ ਲੈ ਜਾਂਦਾ, ਬਿਨਾਂ ਕਿਸੇ ਢਾਂਚੇ ਤੋਂ, ਬਿਨਾਂ ਕਿਸੇ
ਕੋਈ ਉਹਨਾਂ ਕੋਲ ਨਾ ਤੰਦ ਨਾ ਤਾਣੀ ਨਾ ਕੋਈ ਗੱਲ ਨਾ ਕੋਈ ਬਾਤ, ਲੋਕਾਂ ਨੇ ਵੋਟਾਂ ਪਾਤੀਆਂ। ਤੇ ਜੇ ਕਿਸਾਨ ਸਮਾਜ ਮੋਰਚਾ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ, ਪਰ ਇਹਦੇ ਲਈ ਇੱਕ ਗੱਲ ਬਹੁਤ ਜ਼ਰੂਰੀ ਆ, ਆਮ ਲੋਕੀ ਕਹਿੰਦੇ ਬਣੀ ਬਣੀ ਦੀ ਲੱਕੜ ਹੈਗੀ ਆ, ਜਾਂ ਬਣੀ ਬਣੀ ਦੇ ਜਿਹੜੇ ਹੈਗੇ ਲੋਕ ਬਣੀ ਬਣੀ ਮਤਲਬ ਡਿਫਰੈਂਟ ਆਈਡੀਓਲੋਜੀਕਲ ਬੈਕਗਰਾਉਂਡਸ ਵੀ ਹੈਗੀਆਂ ਵਾ, ਹੋਰ ਇਹਨਾਂ ਦੇ ਆਪਣਾ ਅੰਦਰ ਖਾਤੇ ਖੁੰਦਕਾਂ ਵੀ ਹੈਗੀਆਂ। ਜੇ ਉਹਨੂੰ ਥੋੜਾ ਲਾਂਭੇ ਰੱਖ ਲੈਣ, ਆਪਣੀ ਮੈਂ ਨੂੰ ਪਿਛਾਂਹ ਹਟ ਕੇ ਕਿ ਇੱਕ ਲਾਰਜਰ ਕੰਟੈਕਸਟ ਦੇ ਵਿੱਚ ਇਹ ਸੋਚਣ ਦੀ ਗੱਲ ਕਰਨ, ਜਾਂ ਅੱਗੇ ਗੱਲ ਤੁਰਨ ਦੀ ਗੱਲ ਕਰਨ, ਸਰਬੱਤ ਜਿਹੜੇ ਸਰਬੱਤ ਦਾ ਹੀ ਭਲਾ ਹੋਣ ਵਾਲੀ ਗੱਲ ਕਰਨ, ਤੇ ਮੈਨੂੰ ਲੱਗਦਾ ਕਿ ਇਹ ਇਸ ਚੋਣਾਂ ਦੇ ਵਿੱਚ, ਮੈਂ ਨਹੀਂ ਕਹਿੰਦਾ ਵੀ ਇਹ ਸੀਟਾਂ ਜਿੱਤਣਗੇ, ਪਰ ਇੱਕ ਧਿਰ ਵਜੋਂ ਉੱਭਰ ਜਾਣਗੇ। ਜੋ ਧਿਰ ਵਜੋਂ ਉੱਪਰ ਜਾਣਗੇ ਤੇ ਅਗਲੀਆਂ ਚੋਣਾਂ ਜਿਹੜੀਆਂ ਅਜੇ ਖਾਸ ਕਰਕੇ ਪਾਰਲੀਮੈਂਟ ਦੀਆਂ 2 ਸਾਲਾਂ ਨੂੰ ਆਉਣ ਵਾਲੀਆਂ ਹਨ, ਤੇ ਜੇ ਉਸ ਸਮੇਂ ਤੱਕ ਇਹ ਇੱਕ ਆਰਗੇਨਾਈਜੇਸ਼ਨ ਸਟਰਕਚਰ ਨੂੰ ਬਣਾ ਲੈਣ, ਕਿਉਂਕਿ ਸਾਡੀ ਪਾਰਲੀਮੈਂਟਰੀ ਸਿਸਟਮ ਆ, ਇਹਦੇ ਵਿੱਚ ਢਾਂਚੇ ਨੂੰ ਬਣਾਉਣਾ ਬਹੁਤ ਜ਼ਰੂਰੀ ਆ। ਉਹ ਢਾਂਚਾ ਹੋਣਾ ਚਾਹੀਦਾ ਪਿੰਡ ਪੱਧਰ ਦਾ, ਜਿਹੜੀ ਇਹਨਾਂ ਦੀ ਕਪੈਸਿਟੀ ਹੈਗੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਵਾ, ਇਹ ਰਵਾਇਤੀ ਪਾਰਟੀਆਂ ਨੂੰ ਦੇ ਹੀ ਨਹੀਂ ਸਕਦੇ, ਉਹਨਾਂ ਨੂੰ ਮਾਤ ਵੀ ਪਾ ਸਕਦੇ ਆ, ਕਿਉਂਕਿ ਇਹਨਾਂ ਦਾ ਇਲੈਕਸ਼ਨ 'ਚ ਕੁੱਦਣ ਨਾਲ ਅਜੇ ਤਾਂ ਨਹੀਂ ਕੁੱਦੇ। ਦੇਖੋ ਜਿੱਦਣੇ ਖੜੇ ਹੋਏ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਹੈਗੇ ਆ, ਇਹ ਕਿੱਦਾਂ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਆ। ਔਰ ਇਹ ਵੀ ਲਾਈਕਲੀ ਹੈ, ਜਿੱਦਾਂ ਪਹਿਲੇ ਸਮੇਂ 'ਚ ਫਰੈਂਡਲੀ ਮੈਚ ਖੇਡਦੇ ਸੀਗੇ, ਕਿ ਜਿੱਥੇ ਵੀ ਇਹਨਾਂ ਦਾ ਕੋਈ ਕੈਂਡੀਡੇਟ ਜਿੱਤਣ ਵਾਲੇ ਪਾਸੇ ਵੱਲ ਆਇਆ, ਤੇ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ, ਉਹ ਕਾਂਗਰਸ ਕੀ, ਅਕਾਲੀ ਕੀ, ਬੀਜੇਪੀ ਕੀ, ਅਮਰਿੰਦਰ ਸਿੰਘ ਕੀ, ਦੂਸਰਾ ਤੀਸਰਾ ਕੀ, ਇਹ ਇਕੱਠੀਆਂ ਹੋ ਕੇ ਇਹਨਾਂ ਦੇ ਖਿਲਾਫ ਖੜੀਆਂ ਹੋਣਗੀਆਂ, ਔਰ ਇਹਨਾਂ ਦੇ ਵਿਰੋਧ ਦੇ ਵਿੱਚ ਖੜੀਆਂ ਹੋਣਗੀਆਂ। ਪਰ ਉਹ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪੋਲਿਟਿਕਸ ਦੇ ਵਿੱਚ ਇਹ ਗੇਮ ਜਿਹੜੀ ਹੁੰਦੀ ਹੈ ਨਾ, ਇਹ ਚੱਲਦੀ ਰਹਿੰਦੀ ਆ। ਤੋ ਆਲ ਡਿਪੈਂਡਸ ਔਨ ਦੈਟ ਕਿ ਇਹ ਰਾਜੇਵਾਲ ਸਾਹਿਬ ਉਧਰ ਜਾਂਦੇ ਆ। ਮੈਨੂੰ ਨਹੀਂ ਲੱਗਦਾ, ਮੈਂ ਪਰਸਨਲ ਤੌਰ ਤੇ ਆ, ਕਿ ਕੇਜਰੀਵਾਲ ਦਾ ਇੱਕ ਸੁਭਾਅ ਆ, ਕੇਜਰੀਵਾਲ ਕਦੀ ਵੀ ਤਾਕਤ ਨੂੰ ਆਪਣੇ ਹੱਥ ਦੇ ਵਿੱਚੋਂ ਲਾਂਭੇ ਨਹੀਂ ਜਾਣ ਦਿੰਦਾ। ਕੇਜਰੀਵਾਲ ਹਮੇਸ਼ਾ ਪੰਜਾਬ ਦੇ, ਚਾਹੇ MP ਸਾਹਿਬ ਸੀਗੇ, ਗਾਂਧੀ ਸਾਹਿਬ ਸੀਗੇ, ਚਾਹੇ ਉਹ ਜਿਹੜੇ ਉੱਥੋਂ ਦੇ ਫਤਿਹਗੜ੍ਹ ਸਾਹਿਬ ਤੋਂ ਉਹ ਸੀਗੇ, ਜਾਂ ਇਹ ਤੋਂ ਪਹਿਲਾਂ ਜਿਹੜੇ ਖਹਿਰਾ ਸਾਹਿਬ ਸੀਗੇ, ਜਾਂ ਫੂਲਕਾ ਸਾਹਿਬ ਸੀਗੇ, ਜਾਂ ਉਹ ਸੰਧੂ ਸਾਹਿਬ ਸੀ, ਇਹ ਕੋਈ ਵੀ ਉਸ ਵਿਅਕਤੀ ਨੂੰ ਨਹੀਂ ਉੱਠਣ ਦੇਣਗੇ ਜਿਹੜਾ ਇਹਨਾਂ ਨਾਲ ਬਰਾਬਰ ਤੇ ਬਹਿ ਕੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਲਵੇ। ਮੈਨੂੰ ਜਿਹੜਾ ਕੋਈ ਸੋਰਸ ਜਿਹੜੇ ਪਤਾ ਲੱਗਾ ਹੈ, ਕੇਜਰੀਵਾਲ ਸਾਹਿਬ ਨੇ ਪਿਛਲੇ ਸਾਲ ਇਹ ਮੂਰਖਤਾ ਕਰ ਲਈ ਸੀ, ਸਿਸੋਦੀਆ ਸਾਹਿਬ ਨੇ ਵੀ ਕੇਜਰੀਵਾਲ ਦਾ ਨਾਮ ਲੈ ਲਿਆ ਸੀ। ਅਜੇ ਵੀ ਕੇਜਰੀਵਾਲ ਸਾਹਿਬ ਬਹੁਤ ਅੰਬੀਸ਼ੀਅਸ ਹੈਗੇ ਆ ਪੰਜਾਬ ਦੇ ਵਿੱਚ ਆਉਣ ਵਾਸਤੇ। ਸਿਸੋਦੀਆ ਸਾਹਿਬ ਨੂੰ ਦਿੱਲੀ ਉਹਨਾਂ ਨੇ ਤਿਆਰ ਕਰ ਲਿਆ, ਉੱਥੇ ਸੰਭਾਲ ਲੂਗਾ, ਉਹਦੀ ਟ੍ਰੇਨਿੰਗ ਹੋ ਗਈ 7 ਸਾਲਾਂ ਵਾਸਤੇ। ਜੇ ਇੱਥੇ ਇਹ ਮੈਜੋਰਟੀ ਆ ਜਾਂਦੀ ਆ, ਤੇ ਜਿੱਦਾਂ ਦੇ ਇਹ MLA ਹੁੰਦੇ, ਜਾਂ ਜਿੱਦਾਂ ਦਾ ਪਾਵਰ ਦਾ ਸੈਂਟਰਲਾਈਜੇਸ਼ਨ ਉਹਦੇ ਕੋਲ ਹੈਗੀ ਆ, ਇਹ ਆ ਜਾਂਦੀ ਮੈਜੋਰਟੀ, ਤੇ ਮਤਾ ਪਾਸ ਕਰਾ ਦੂਗਾ ਜੀ ਸਾਡਾ ਅਗਲਾ ਮੁੱਖ ਮੰਤਰੀ ਜਿਹੜਾ ਅਸੀਂ ਕੇਜਰੀਵਾਲ ਨੂੰ ਬਣਾ ਸਕਦੇ ਹਾਂ। 6 ਮਹੀਨਿਆਂ ਲਈ ਤਾਂ ਤੁਸੀਂ ਮੁੱਖ ਮੰਤਰੀ ਬਿਨਾਂ ਕਿਸੇ ਹਾਊਸ ਦਾ ਮੈਂਬਰ ਬਣਿਆ ਬਣ ਸਕਦੇ ਹੋ। ਔਰ ਕੇਜਰੀਵਾਲ ਦਾ ਜਿਹੜਾ ਸੌਫਟ ਹਿੰਦੂਤਵ ਹੈਗਾ ਵਾ, ਉਹ BJP ਨੂੰ ਬਹੁਤ ਸੂਟ ਕਰਦਾ, ਕਿਉਂਕਿ ਜਿਸ ਤਰੀਕੇ ਦੀ ਇਹ ਰਾਜਨੀਤੀ ਕੇਜਰੀਵਾਲ ਕਰਦਾ ਹੈ, ਕਿ ਜਿੱਦਾਂ ਮੈਂ ਤੀਰਥ ਸਥਾਨ ਉੱਤਰਾਖੰਡ ਨੂੰ ਬਣਾ ਦੂੰਗਾ, ਜਾਂ ਮੈਂ ਜਿਹੜਾ ਹੈਗਾ ਦੂਸਰਾ ਇਹਦਾ CA ਦੇ ਉੱਤੇ ਉਹੀ ਵਿਚਾਰ ਸੀ ਜਿਹੜਾ BJP ਦਾ ਸੀਗਾ, 370 ਦੇ ਉੱਤੇ ਉਹੀ ਵਿਚਾਰ ਸੀ ਜਿਹੜਾ ਇਹ BJP ਦਾ ਸੀਗਾ। ਜਦੋਂ ਕਿ ਇੱਕ ਸਟੱਡੀ ਮੁਤਾਬਕ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ 370 ਨੂੰ ਵੀ ਅਪੋਜ਼ ਕੀਤਾ ਵਾ, CA ਨੂੰ ਵੀ ਅਪੋਜ਼ ਕੀਤਾ ਵਾ, ਜਾਂ ਜਿਹੜਾ ਹੋਰ ਇਦਾਂ ਦੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਅਪੋਜ਼ ਕੀਤਾ ਵਾ। ਪਰ ਕੇਜਰੀਵਾਲ BJP ਦੇ ਲਾਰਜਰ ਫਰੇਮ ਵਰਕ ਦੇ ਵਿੱਚ ਫਿੱਟ ਬੈਠਦੇ ਆ, ਔਰ ਜੇ ਲੋੜ ਪਈ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਇਹਦੇ ਉੱਤੇ ਕਿਸੇ ਕਿਸਮ ਦਾ ਆਬਜੈਕਸ਼ਨ ਹੋਊਗਾ ਕਿ ਇਹ ਜੇ ਚੀਫ ਮਿਨਿਸਟਰ ਵੀ ਬਣ ਜਾਂਦਾ, ਇਲੈਕਸ਼ਨ ਵੀ 6 ਮਹੀਨੇ ਤੋਂ ਪਹਿਲਾਂ ਹੋ ਜਾਊਗੀ, ਕੋਈ ਬੰਦਾ ਵਕੇਟ ਵੀ ਕਰ ਦੂਗਾ, ਤੇ ਫਿਰ ਇਹ ਜਿਹੜਾ ਇਹਦੇ ਨਾਲ ਚੱਲਦਾ ਰਹੂਗਾ। ਤੇ ਮੈਨੂੰ ਨਹੀਂ ਲੱਗਦਾ ਵੀ ਉਹ ਰਾਜੇਵਾਲ ਸਾਹਿਬ ਨੂੰ ਇੰਨੀ ਆਟੋਨਮੀ ਦੇਣਗੇ। ਹਾਂ, ਇਹਦਾ ਇੱਕ ਪ੍ਰੂਫ ਇਹ ਮਿਲਦਾ, ਭਗਵੰਤ ਮਾਨ ਸਾਹਿਬ ਪਿਛਲੇ 8 ਸਾਲਾਂ ਤੋਂ ਪਾਰਟੀ ਦੇ MP ਆ, ਉਹ ਪ੍ਰਧਾਨ ਵੀ ਹੈਗੇ ਆ, ਉਹਨਾਂ ਦੇ ਉੱਤੇ ਉਹਨਾਂ 'ਚ ਕੀ ਨੁਕਸ ਵਾ? ਇਹ ਕਰਕੇ ਨਹੀਂ ਮੈਂ ਭਗਵੰਤ ਮਾਨ ਦਾ ਫੈਨ ਹੈਗਾ, ਕਰਕੇ ਕਿ ਉਹਨੂੰ ਰਿਪਰੈਜ਼ੈਂਟ ਕਰਦਾ, ਇੱਥੋਂ ਉਹ ਮਾਲਵੇ ਨੂੰ ਰਿਪਰੈਜ਼ੈਂਟ ਕਰਦਾ ਵਾ, ਉਹ ਖਾਸ ਕਰਕੇ ਪੀਜੈਂਟਰੀ ਨੂੰ ਰਿਪਰੈਜ਼ੈਂਟ ਕਰਦਾ ਹੈ, ਉਹ ਬੇਬਾਕੀ ਨਾਲ ਬੋਲਦਾ ਹੈ। ਤੇ ਕਿਉਂ ਅੱਜ ਤੱਕ ਜਿਹੜਾ ਹੈਗਾ ਵਾ ਉਹਨੂੰ, ਜਿੱਦਾਂ ਪੰਜਾਬੀ 'ਚ ਕਹਿੰਦੇ ਆ ਵੀ ਉਹਨੂੰ ਹਨੇਰੇ 'ਚ ਰੱਖਣ ਵਾਲੀ ਗੱਲ ਹੈਗੀ ਆ, ਕਿਉਂ ਨਹੀਂ ਉਹਦੇ ਉੱਤੇ ਕਹਿੰਦੇ ਵੀ ਹਾਂ ਠੀਕ ਹੈ ਸਾਡਾ ਇਹ ਬੰਦਾ ਕੈਂਡੀਡੇਟ ਹੋਊ ਜੇ ਅਸੀਂ ਜਿੱਤਦੇ ਹਾਂ, ਜਾਂ ਹੋਰ ਕੋਈ ਬੰਦਾ ਕੈਂਡੀਡੇਟ ਹੋਊਗਾ। ਤੇ ਇਸ ਕਰਕੇ ਉਹਦੇ ਪੱਤੇ ਨਾ ਖੋਲਣੇ, ਮੈਨੂੰ ਲੱਗਦਾ ਕਿ ਸਾਰਿਆਂ ਨੂੰ ਹਨੇਰੇ 'ਚ ਰੱਖ ਕੇ, ਸਾਰਿਆਂ ਨੂੰ ਆਪਣੇ ਟਰੈਪ ਦੇ ਵਿੱਚ ਲੈ ਕੇ, ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਚੈਲੰਜ, ਜੇ ਕਿਸਾਨ ਸਮਾਜ ਮੋਰਚਾ ਇਲੈਕਸ਼ਨ ਲੜਦਾ ਹੈ ਤੇ ਸਾਊਥ ਮਾਲਵੇ 'ਚੋਂ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਖੋਰਾ ਲੱਗੂਗਾ। ਕੇਜਰੀਵਾਲ ਸਾਹਿਬ ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਜਾਣਦੇ ਆ,
ਕਿ ਇਹਨਾਂ ਨੂੰ ਸੌਫਟ ਰੱਖਣਾ ਕਿੰਨਾ ਜ਼ਰੂਰੀ ਆ। ਜੇ ਸੌਫਟ ਨਹੀਂ ਰਹਿੰਦੇ ਤੇ ਇਹ ਫਿਰ ਜਿਹੜਾ ਮੇਰੇ ਲਈ ਥੋੜਾ ਸਮੱਸਿਆ ਪੈਦਾ ਕਰ ਸਕਦੇ ਆ। ਤੋ ਇਸ ਕਰਕੇ ਮੈਨੂੰ ਤੇ ਲੱਗਦਾ ਹੈ ਕਿ ਜੇ ਇਹਨਾਂ ਨੇ ਕਿਸਾਨ ਸਮਾਜ ਮੋਰਚਾ ਨੇ ਡਿਸਾਈਡ ਕਰ ਹੀ ਲਿਆ ਹੈ ਤੇ ਫਿਰ ਇਹਨਾਂ ਨੂੰ ਦੇ ਸ਼ੁੱਡ ਗੋ ਹੈਡ। ਇਹਨਾਂ ਕੋਲ ਹੋਰ ਬੰਦੇ ਸੈਕੰਡ ਲਾਈਨ ਵਾਲੇ ਵੀ ਹੈਗੇ ਆ, ਡਾਕਟਰ ਸਵੈਮਾਨ ਸਿੰਘ ਉਹਨਾਂ ਹੀ ਪਾਪੂਲਰ ਆ ਜਿੰਨਾ ਹੋਰ ਕੋਈ ਬੰਦਾ ਹੋ ਸਕਦਾ, ਹੋਰ ਬਹੁਤ ਸਾਰੇ ਹੋ ਸਕਦੇ। ਮੈਂ ਫਾਰ ਐਗਜ਼ਾਮਪਲ ਕੀਤੀ ਗੱਲ ਉਹਦੇ ਵਿੱਚੋਂ ਕਿ ਜਿਹੜੀ ਉਹਦੀ ਕੰਟਰੀਬਿਊਸ਼ਨ ਆ, ਜਿਹੜੀ ਉਹਦੀ ਸੈਕਰੀਫਾਈਸ ਹੈਗੀ ਆ, ਉਹ ਕਿਸੇ ਹੋਰ ਨਾਲੋਂ ਘੱਟ ਨਹੀਂ ਹੈਗੀ। ਬਿਲਕੁਲ। ਔਰ ਉਹ ਪੜ੍ਹਿਆ ਲਿਖਿਆ ਵੀ ਆ। ਅੱਛਾ, ਫਿਰ ਉਹ ਸਾਰੇ ਉਹ 'ਚ ਗੁਣ ਵੀ ਹੈਗੇ ਆ। ਉਹ ਪੀਜ਼ੈਂਟ ਫੈਮਿਲੀ ਨੂੰ ਬਿਲੋਂਗ ਕਰਦਾ ਵਾ, ਉਹਦੀ ਆਪਣੀ ਬੈਕਗਰਾਉਂਡ ਵੀ ਹੈਗੀ ਆ, ਸਾਰਾ ਕੁਝ ਹੈਗਾ। ਲੀਡਰ ਬਹੁਤ ਨਿਕਲ ਆਉਂਦੇ ਹੁੰਦੇ, ਸਮੱਸਿਆ ਨਹੀਂ ਹੈ, ਇੱਕ ਤੋਂ ਇੱਕ ਵੱਧ ਨਿਕਲ ਜਾਂਦੇ। ਮੈਂ ਕਹਿੰਦਾ ਤੁਹਾਨੂੰ ਨਵੇਂ ਬੰਦੇ ਵੀ ਜਿਹੜੇ ਹੈਗੇ, ਇਹ ਕੋਈ ਜਿਹੜੀ ਖਾਸ ਕਰਕੇ ਰਾਜਨੀਤੀ ਕੋਈ ਇਹ ਬਹੁਤ ਵੱਡਾ ਇਹ ਨਹੀਂ ਹੈਗਾ ਕਿ ਇਹ ਬਹੁਤ ਉਹ ਹੈਗਾ। ਇਹ ਜਿਹਨੂੰ ਮਰਜ਼ੀ ਬਣਾ ਦਿਓ ਤੁਸੀਂ, ਹੈਂ, ਬੰਦਾ ਦਿਆਨਦਾਰ ਹੋਵੇ ਉਸ ਬਹੁਤ ਲੋਕੀ ਮਿਲ ਜਾਂਦੇ। ਇਹ ਠੀਕ ਆ ਵੀ ਮੌਕਾ ਨਾ ਮਿਲਣ ਕਰਕੇ ਲੋਕੀ ਪਿੱਛੇ ਰਹਿੰਦੇ ਆ। ਤੋ ਇਸ ਕਰਕੇ ਇਹਨਾਂ ਦੇ ਸਾਰੇ ਰਵਾਇਤ, ਮੈਂ ਤਾਂ ਇਹੀ ਗੱਲ ਕਹਿਣਾ ਵੀ ਰਵਾਇਤੀ ਪਾਰਟੀਆਂ ਦੇ ਝਾਂਸਿਆਂ ਤੋਂ ਬਚਣਾ ਚਾਹੀਦਾ। ਇਹਨਾਂ ਦੇ ਕ੍ਰਿਟਿਸਿਜ਼ਮ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਲੋਕ ਇਹ ਪਿੰਡਾਂ 'ਚ ਅਜੇ ਵੀ ਇਹਨਾਂ ਨੂੰ ਬਹੁਤਿਆਂ ਨੂੰ ਵੜਨ ਨਹੀਂ ਦੇਣਾ। ਦੁਆਬੇ ਦੀ ਆਉਂਦੀ ਆ, ਇਹਨਾਂ ਨੂੰ ਸਵਾਲ ਪੁੱਛਦੇ ਆ ਇਸ ਵੇਲੇ ਕ੍ਰਾਈਸਿਸ ਦੇ ਵਿੱਚ ਆ। ਔਰ ਜੇ ਕ੍ਰਾਈਸਿਸ ਦੇ ਵਿੱਚ ਹੀ ਅਪਰਚੁਨਿਟੀ ਬਣਦੀ ਆ ਤੇ ਜੇ ਕਿਸਾਨ ਸਮਾਜ ਮੋਰਚਾ ਸੋਚਦਾ ਇਸ ਗੱਲ ਨੂੰ ਕਿ ਅਸੀਂ ਇਹ ਡਿਸਾਈਡ ਕਰ ਲਿਆ, ਹਾਂ ਹੁਣ ਪਿੱਛੇ ਹਟਣ ਦੇ ਨਾਲ ਉਹਨਾਂ ਦੀ ਕ੍ਰੈਡੀਬਿਲਿਟੀ ਆ, ਉਹਨਾਂ ਦੇ ਉੱਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਸ਼ਾਇਦ ਉਹਨਾਂ ਨਾ ਰਹੂਗਾ। ਡੈਲਮੇ 'ਚ ਨਹੀਂ ਰਹਿਣਾ ਚਾਹੀਦਾ ਤੇ ਕੋਈ ਨਾ ਕੋਈ ਫੈਸਲਾ ਲੈ ਕੇ ਅੱਗੇ ਜਿਹੜਾ ਤੁਰਨਾ ਚਾਹੀਦਾ। ਮੇਰਾ ਆਖਰੀ ਸਵਾਲ ਇਹ ਆ ਕਿ ਬੇਰੁਜ਼ਗਾਰੀ, ਰੁਜ਼ਗਾਰ ਦਾ ਮੁੱਦਾ ਜਿਹੜਾ ਆ ਉਹ ਕੋਈ ਵੀ ਉਸ ਪੱਧਰ ਤੇ ਨਹੀਂ ਉਭਾਰ ਰਿਹਾ ਜਿਵੇਂ ਉੱਭਰਨਾ ਚਾਹੀਦਾ। ਕਾਂਗਰਸ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਆਂਗਣਵਾੜੀ ਵਰਕਰਾਂ ਨੂੰ ਜਾਂ ਹੋਰ ਅਸੀਂ ਰੁਜ਼ਗਾਰ ਪੰਜਾਬ ਦੇ ਵਿੱਚ ਪੈਦਾ ਕਰਨ ਲਈ ਕਹਿੰਦੇ ਸੀ। ਘਰ ਘਰ ਰੁਜ਼ਗਾਰ ਨਹੀਂ ਦਿੱਤਾ ਗਿਆ ਕੈਪਟਨ ਸਾਹਿਬ ਤੋਂ ਉਸ ਪੱਧਰ ਤੇ, ਪਰ ਇਹ ਹੁਣ ਉਹ ਥੋੜੀ ਬਹੁਤੀ ਲਿਪਾ ਪੋਚੀ ਜਿਹਨੂੰ ਕਹਿੰਦੇ ਨੇ ਉਹ ਕਰਨ ਲੱਗੇ ਹੋਏ ਨੇ। ਪਰ ਮੇਰੇ ਧਿਆਨ ਵਿੱਚ ਇਹ ਆਇਆ ਕਿ ਜਦੋਂ ਅੱਜ ਇਹ ਐਲਾਨ ਕਰ ਰਹੇ ਸੀ ਚੰਨੀ ਸਾਹਿਬ ਹੋਰੀ, ਤੇ ਉਹਦੇ ਵਿੱਚ ਇਹ ਕਹਿੰਦੇ ਸੀ ਕਿ ਜਿਨ੍ਹਾਂ ਦੀ 4000 ਹੈ ਉਹਦੀ ਅਸੀਂ 5 ਕਰ ਦਿੱਤੀ, ਏਦਾਂ ਤਨਖਾਹ ਵਧਾਤੀ। ਮੈਨੂੰ ਥੋੜਾ ਜਿਹਾ ਮੇਰੀ ਜਾਣਕਾਰੀ ਲਈ ਦੱਸਿਓ ਪ੍ਰੋਫੈਸਰ ਸਾਹਿਬ, ਦਰਸ਼ਕਾਂ ਨੂੰ ਵੀ ਜਾਣਕਾਰੀ ਮਿਲੇਗੀ ਕਿ ਜਿਹੜਾ ਲੇਬਰ ਐਕਟ ਹੈ ਕਿ DC ਰੇਟ ਦੇ ਤਹਿਤ ਤਨਖਾਹ ਮਿਲਣੀ ਚਾਹੀਦੀ ਆ ਤੇ ਨਿਗੁਣੀਆਂ ਤਨਖਾਹਾਂ 4-4000 5-5000 ਜਦੋਂ ਮੁੱਖ ਮੰਤਰੀ ਸਟੇਜ ਤੋਂ ਏਦਾਂ ਬੋਲੇ, ਇਹ ਕਿੱਥੇ ਤੱਕ ਜਾਇਜ਼ ਹੈ? ਬੇਰੁਜ਼ਗਾਰੀ ਦੀ ਗੱਲ ਜਦੋਂ ਪੰਜਾਬ 'ਚ ਹੁੰਦੀ ਹੈ, ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਇਸ ਵੇਲੇ ਹਾਂ ਮਹਿੰਗਾਈ ਹੈਗੀ ਆ। ਮੈਂ ਕਹਿੰਦਾ ਵੀ ਯੂਥ ਵਾਸਤੇ ਖਾਸ ਕਰਕੇ, ਕਿਉਂਕਿ ਮਹਿੰਗਾਈ ਸਾਰਿਆਂ ਵਾਸਤੇ ਆ। ਯੂਥ ਦਾ ਨੰਬਰ ਬਹੁਤ ਵੱਡਾ ਹੈ, 60% ਲੋਕੀ ਜਿਹੜੇ ਇਹਦੇ ਵਿੱਚ ਆਉਂਦੇ ਆ, ਵੋਟਰ ਆਉਂਦੇ ਆ, ਉਹਨਾਂ ਲਈ ਰੁਜ਼ਗਾਰ ਬਹੁਤ ਜਿਹੜਾ ਹੈਗਾ ਉਹ ਇੰਪੋਰਟੈਂਟ ਹੈ। ਪਰ ਮੈਨੂੰ ਕਿਉਂ ਨਹੀਂ ਲੱਗਦਾ ਕਿ ਜਿਹੜੇ ਰਾਜਨੀਤੀਵਾਨ ਖੁੱਲ੍ਹ ਕੇ ਕਿਉਂ ਨਹੀਂ ਦੱਸਦੇ ਵੀ ਰੁਜ਼ਗਾਰ ਲਗਾਉਣਗੇ ਕਿੱਥੋਂ ਜਾਂ ਕਿਸ ਚੀਜ਼ ਨੂੰ ਰੁਜ਼ਗਾਰ ਕਹਿੰਦੇ ਆ। ਇਹਨਾਂ ਕੋਲ ਤੁਸੀਂ ਪੁੱਛਣ ਵਾਲਾ ਸਵਾਲ ਇਹ ਹੈਗਾ ਵੀ ਰੁਜ਼ਗਾਰ ਹੁੰਦਾ ਕੀ ਆ, ਇਹ ਡਿਫਾਈਨ ਕਰ ਦੇਣ। ਮੁੱਖ ਮੰਤਰੀ ਸਾਹਿਬ ਕਰ ਦੇਣਾ, ਉਹਨਾਂ ਦੇ ਪ੍ਰਧਾਨ ਕਰ ਦੇਣਾ, ਉਹਨਾਂ ਦੇ ਕੋਈ ਹੋਰ ਮੰਤਰੀ ਕਰ ਦੇਣ। ਹਾਂ, ਬਿਊਰੋਕਰੇਟ ਕਰ ਸਕਦੇ ਆ, ਕਿਉਂਕਿ ਬਿਊਰੋਕਰੇਟ ਜਿਹੜੇ ਨੇ ਉਹ ਪੜ੍ਹੇ ਲਿਖੇ ਹੁੰਦੇ, ਉਹ ਦੱਸ ਦੇਣਗੇ ਕਿ ਵਾਟ ਇਜ਼ ਇੰਪਲੋਇਮੈਂਟ ਕੀ ਆ, ਕਿੱਥੋਂ ਲਿਆਉਣਗੇ। ਆਲਰੇਡੀ ਸਕਵੀਜ਼ਡ ਹੈ, ਤੁਹਾਡੇ ਕੋਲ ਰਿਸੋਰਸਿਸ ਕਿੱਥੇ ਆ, ਕਿਹਨੂੰ ਤੁਸੀਂ ਇੰਪਲੋਇਮੈਂਟ ਕਹਿੰਦੇ ਜੋ? ਕਿ ਸਰਕਾਰੀ ਨੌਕਰੀਆਂ ਇੰਪਲੋਇਮੈਂਟ ਹੈਗੀਆਂ? ਪ੍ਰਾਈਵੇਟ ਇਨਵੈਸਟਮੈਂਟ ਕਿੱਥੇ ਇਹਦੇ ਵਿੱਚੋਂ? ਐਗਰੀਕਲਚਰ ਦਾ ਪੋਟੈਂਸ਼ੀਅਲ ਕੀ ਹੈਗਾ? ਤੁਸੀਂ ਕਹਿੰਦੇ ਆਪਣਾ ਕੰਮ ਆਪਸ ਜਿੰਨਾ ਜੇ ਤੁਸੀਂ ਸੱਭਿਆਚਾਰ ਨਹੀਂ ਬਦਲਦੇ, ਲੋਕਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ, ਤੁਸੀਂ ਵਿਹਲੜ ਬਣਾਤਾ। ਤੁਸੀਂ ਲੋਕਾਂ ਨੂੰ ਕਿਸੇ ਨੂੰ ਕਹਿੰਦੇ 1000 ਰੁਪਈਆ ਪੈਨਸ਼ਨ ਦੇ ਦਾਂਗੇ, ਕਿਸੇ ਨੂੰ ਕਹਿੰਦੇ ਆਟਾ ਦੇ ਦਾਂਗੇ, ਕਿਸੇ ਨੂੰ ਦਾਲ ਦੇ ਦਾਂਗੇ, ਕਿਸੇ ਨੂੰ ਫਰੀ। ਮੈਂ ਕਿਹਾ ਦੋ ਮਾੜੀ ਗੱਲ ਨਹੀਂ ਹੈਗੀ। ਤੁਸੀਂ ਲੋਕਾਂ ਨੇ ਪਹਿਲਾਂ ਭਿਖਾਰੀ ਬਣਾਇਆ। ਕਿਉਂ ਪੰਜਾਬ ਗਰੀਬ ਬਣਿਆ? ਪੰਜਾਬ ਸਿੰਧ ਉਹਨਾਂ ਸਟੇਟਾਂ 'ਚ ਜਿੱਥੇ ਗਰੀਬੀ ਵੱਧ ਰਹੀ ਆ ਜਾਂ ਬਣਾਈ ਜਾਂਦੀ ਆ। ਜੇ 60 ਸਾਲ ਦੀ ਪੈਨਸ਼ਨ ਲੱਗਦੀ, ਸਾਰਾ ਪੰਜਾਬ ਬੁੱਢਾ ਹੋ ਜਾਂਦਾ। ਉਹ ਨਕਲੀ ਬਣਦੀ, ਅਸਲੀ ਬਣਦੀ ਉਸ ਪਾਸੇ ਵੱਲ। ਜੇ ਗਰੀਬੀ ਵਾਲੀ ਗੱਲ ਆਉਂਦੀ, ਕਹਿੰਦੇ ਜੀ 80 ਲੱਖ ਬੰਦੇ ਨੂੰ, ਪਤਾ ਕਿੰਨੇ ਲੱਖ ਬੰਦੇ ਨੂੰ ਇਹ ਅਨਾਜ ਦਿੰਦੇ, ਇਹਦਾ ਮਤਲਬ 3 ਕਰੋੜ ਚੋਂ 80 ਲੱਖ ਜੇ ਸਾਡੀ ਹੈਗੀ ਉਹੀ ਪਾਵਰਟੀ ਲਾਈਨ 'ਚ ਬੈਠੀ ਹੈ। ਅਸੀਂ ਹੈ ਕਿੱਥੇ ਹਾਂ? ਕੋਈ ਬੰਦਾ ਸੋਚਣ ਦੀ ਜਿਹੜੀ ਹੈ ਉਹ ਜਿਹੜੀ ਕੋਸ਼ਿਸ਼ ਨਹੀਂ ਕਰ ਰਿਹਾ, ਕੋਈ ਏਜੰਡਾ ਨਹੀਂ ਹੈ। ਇਹ ਤਾਂ ਪੁਰਾਣੀ ਕਹਾਵਤ ਹੁੰਦੀ ਸੀ ਨਾ, ਬੂਹੇ ਆਈ ਜਾਂ ਵਿਨੋ ਕੁੜੀ ਦੇ ਕੰਨ ਹੋਣ। ਕਿਤੇ ਨਹੀਂ, ਬੂਹੇ ਨਹੀਂ, ਲਾਵਾਂ ਬਹਿਣ ਲੱਗੀ ਕੁੜੀ ਤੇ ਉਹਦੇ ਕੰਨ ਵਿਨੋ ਤੁਸੀਂ। ਮਤਲਬ ਬੂਹੇ ਆਈ ਦਾ ਫਰਕ ਹੁੰਦਾ। ਹੁਣ ਇੱਕ ਪਾਸੇ ਲਾਵਾਂ ਤੇ ਬਿਠਾਉਣਾ ਹੁੰਦਾ ਤੇ ਦੂਸਰੇ ਪਾਸੇ ਤੇ ਕੰਨ ਵਿਨਣ ਵਾਲੀ ਗੱਲ ਆ। 5-7 ਜਣੇ ਰਹਿੰਦੇ ਆਪਣੇ ਉਹਦੇ ਵਿੱਚ, ਕੋਡ ਲੱਗਣ ਦੇ ਵਿੱਚ, ਸ਼ਾਇਦ 6 ਤਰੀਕ ਨੂੰ ਲੱਗ ਜਾਵੇ, 7 ਨੂੰ ਲੱਗ ਜਾਵੇ। ਇਹ ਹੁਣ ਉੱਥੇ ਕਰਨ ਡਏ, ਉਹਦੇ ਵਿੱਚੋਂ ਕਰਨ ਡਏ। ਇਹਨਾਂ ਨੂੰ ਪਤਾ ਸੀਗਾ ਵੀ ਜਿਹੜੇ ਕੱਚੇ ਕੰਮ ਹੈ ਜਿਹੜੇ ਇਹਨਾਂ ਨੇ ਪੱਕੇ ਕੀਤੇ, ਉਹ ਪੱਕੇ ਨਹੀਂ ਹੋਣੇ। ਦੇ ਨੋ ਦੈਟ ਇਹ ਉਹ ਨਹੀਂ ਹੈਗੇ, ਇਹ ਪੋਲੀਟੀਸ਼ੀਅਨ ਹੈਗੇ ਆ। ਇਹ ਬਹੁਤ ਮੈਨੂੰ ਇਹ ਲੋਕਾਂ ਨਾਲੋਂ ਇੱਕ ਪੀੜ੍ਹੀ ਮਤਲਬ ਮੈਂ ਕਹੂੰਗਾ ਸ਼ੈਤਾਨ ਮਾਏ ਛੱਡ ਤੋਂ ਇੱਕ ਪੀੜ੍ਹੀ ਅਗਲੇ ਪਾਸੇ ਵਾਲਾ। ਇਹ ਮੂਰਖ ਬਣਾਉਣਾ ਜਾਣਦੇ, ਠੀਕ ਹੈ। ਆਲ ਡਿਪੈਂਡਸ ਔਨ ਕਿ ਲੋਕ ਇਹਨਾਂ ਨੂੰ ਕਿੰਨੀ ਜਲਦੀ ਸਮਝਦੇ ਆ। ਜੋ ਕੁਝ ਵੀ ਕਰਦੇ ਆ, 1000 ਵਧਾਤਾ, 500 ਵਧਾਤਾ,
5 ਸਾਲਾਂ ਬਾਅਦ ਆਣ ਕੇ ਵਧਾਤਾ। ਜਿੱਦਾਂ ਗੰਨੇ ਦਾ ਰੇਟ ਸੀਗਾ ਜੀ 20 ਰੁਪਏ ਵਧਾਤਾ, 25 ਰੁਪਏ ਜੀ, 50 ਰੁਪਏ ਵਧਾਤਾ। 310 ਤੋਂ 50 ਰੁਪਏ ਵਧਾਤਾ। ਕਿੰਨੇ ਸਾਲਾਂ ਬਾਅਦ? 6-7 ਸਾਲਾਂ ਬਾਅਦ। ਕਿੰਨੇ % ਵਧਿਆ ਉਹਦੇ ਵਿੱਚੋਂ ਕਰਕੇ? ਇਸੇ ਤਰੀਕੇ ਨਾਲ ਆਂਗਨਵਾੜੀ ਦਾ ਜੀ 1500 ਤੋਂ 2000 ਕਰਤਾ ਜਾਂ 2500 ਰੁਪਇਆ ਕਰਤਾ। ਬੁਢਾਪਾ ਪੈਨਸ਼ਨ ਜਿਹੜੀ 1500 ਤੋਂ 700 ਤੋਂ 1500 ਰੁਪਇਆ ਕਰਤੀ। ਮੈਂ ਕੀ ਹੈ ਇਹਦੇ? ਇਸ ਇਟ ਨਾਟ ਮੌਕਰੀ? ਇੱਕ ਪਾਸੇ ਤੁਸੀਂ ਬਾਹਰ ਬੱਲੇ ਬੱਲੇ ਕਰਾਉਣ ਡਿਆ ਜੀ ਪੰਜਾਬ ਤੇ ਬੱਲੇ ਆ ਜੀ ਪੰਜਾਬ। ਤੁਸੀਂ ਮੰਨੋ ਇਹ ਪੰਜਾਬ ਦਾ ਅਸੀਂ ਭੱਠਾ ਬਿਠਾਤਾ, ਪੰਜਾਬ ਨੂੰ ਅਸੀਂ ਸਕਵੀਜ਼ ਕਰਤਾ, ਅਸੀਂ ਚੂਸ ਲਿਆ। ਕਿਸੇ ਦਾ ਪੰਜਾਬ ਦੇ ਵਿੱਚ ਇੰਟਰਸਟ ਨਹੀਂ ਹੈਗਾ ਇਸ ਵੇਲੇ ਆਪਣੇ ਸਰ। ਨੋਬਡੀ ਵਾਂਟਸ ਟੂ ਲਿਵ ਇਨ ਪੰਜਾਬ। ਇਹਨਾਂ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ। ਲੋਕੀ ਕਿਉਂ ਨੱਠਦੇ ਆ? ਲਾ ਐਂਡ ਆਰਡਰ ਕਰਨਾ ਜਿਹੜਾ ਕੋਈ ਬਹੁਤ ਵੱਡੀ ਗੱਲ ਨਹੀਂ। ਗੈਂਗਸਟਰ ਕਿੱਥੋਂ ਪੈਦਾ ਹੁੰਦੇ ਆ? ਲਾ ਐਂਡ ਆਰਡਰ ਤੇ ਇਹ ਲਾ ਹੀ ਸਕਦੇ ਆ ਨਾ। ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੀ। ਪੁਲਿਸ ਸਾਰੀ ਜਿਹੜੀ ਚੰਗੀ ਪੁਲਿਸ ਵਾਲੀ ਉਹ ਸਾਰੇ ਇਹਨਾਂ ਨੇ ਆਪਣੇ ਗਨਮੈਨ ਲਾਏ ਆ। ਹੈ ਉਹ ਮੋੜਾਂ ਦੇ ਉੱਤੇ ਵਿਚਾਰੇ ਉਹ ਰੱਖੇ ਆ ਜਿਹਨਾਂ ਕੋ ਮੇਰੇ ਖਿਆਲ 200 ਮੀਟਰ ਤੱਕ ਨਹੀਂ ਭੱਜ ਸਕਦੇ ਹੋ। ਮਤਲਬ ਸਾਰਾ ਸਿਸਟਮ ਆ, ਤੰਤਰ ਹੈ, ਉਹਨੂੰ ਸਾਰੇ ਨੂੰ ਇਹਨਾਂ ਗੁਲਾਮ ਬਣਾਇਆ। ਪਟਵਾਰੀ ਤੋਂ ਲੈ ਕੇ ਗ੍ਰਾਮ ਸੇਵਕ ਤੋਂ ਲੈ ਕੇ ਉੱਤੋਂ ਤੱਕ ਇਹਨਾਂ ਨੇ ਉਹਨਾਂ ਨੂੰ ਆਪਣਾ ਗੁਲਾਮ ਬਣਾਇਆ। ਬਿਊਰੋਕ੍ਰੇਸੀ ਨੂੰ ਫ੍ਰੀ ਨਹੀਂ ਹੈ। ਇਸ ਕਰਕੇ ਇਹ ਰੁਜ਼ਗਾਰ ਵਾਲੀ ਗੱਲ ਜਿਹੜੀ ਹੈਗੀ ਆ, ਹੁਣ ਰੁਜ਼ਗਾਰ ਤੇ ਉਹ ਵੀ ਸ਼ਹਿਰਾਂ ਦੇ ਵਿੱਚ ਪਟਵਾਰੀਆਂ ਨੇ ਅੱਗੇ ਪਟਵਾਰੀ ਰੱਖੇ ਆ, ਉਹ ਵੀ ਰੁਜ਼ਗਾਰ ਵਾ। ਤਹਿਸੀਲਦਾਰਾਂ ਦੇ ਪੈਸੇ ਇਕੱਠੇ ਕਰਨ ਵਾਸਤੇ ਬਾਹਰ ਬੰਦੇ ਰੱਖੇ ਆ, ਰੱਖੇ ਆ ਨਾ। ਥਾਣੇਦਾਰਾਂ ਨੇ ਉੱਥੇ ਕਈਆਂ ਥਾਵਾਂ ਤੇ ਤੁਸੀਂ ਬਾਹਰ ਜਾ ਕੇ ਵੇਖੋ, ਜਿਹੜੀਆਂ ਚੌਂਕੀਆਂ ਬਾਹਰਲੇ ਪਾਸੇ ਜੂਸ ਵਾਲਾ ਬੈਠਾ ਵਾ। ਜੇ ਉਹਦੇ ਨਾਲ ਗੱਲਬਾਤ ਕਰਨੀ ਤਾਂ ਕਹਿੰਦਾ ਜੂਸ ਵਾਲੇ ਨੂੰ ਪੈਸੇ ਦੇ ਕੇ ਜਾਓ। ਰੁਜ਼ਗਾਰ ਤੇ ਉਹ ਪੈਦਾ ਕਰਨ ਡਿਆ, ਇਹਨਾਂ ਕੀ ਪੈਦਾ ਕਰਨਾ? ਹਰ ਥਾਂ ਤੇ ਮਿਡਲ ਬੈਠਾ ਇਹਦੇ ਵਿੱਚ ਆਣ ਕੇ। ਤੁਹਾਨੂੰ ਲੱਗਦਾ ਵੀ ਜਦੋਂ ਇਹ ਰੁਜ਼ਗਾਰ ਦਾ ਨਾਂ ਲੈਂਦੇ ਆ, ਇਹਨਾਂ ਨੂੰ ਕੁਆਲੀਫਾਈ ਕਰਨਾ ਚਾਹੀਦਾ ਵੀ ਰੁਜ਼ਗਾਰ ਆਂਦੇ ਕਿਹਨੂੰ? ਇਹਦੇ ਨਾਲ ਸਰਵਾਈਵਲ ਹੈਗਾ? ਇਹਨਾਂ ਲੋਕਾਂ ਦੀ ਡਿਗਨਿਟੀ ਹੈਗੀ ਆ? ਜਾਂ ਇਹਦੇ ਨਾਲ ਉਹ ਆਪਣੀ ਇੱਜ਼ਤ ਨਾਲ ਰਹਿ ਸਕਦੇ ਆ, ਜਾਂ ਆਪਣੀ ਸੋਚ ਵਧਾ ਸਕਦੇ ਆ, ਜਾਂ ਆਪਣੇ ਪੈਰਾਂ ਤੇ ਖੜਾ ਹੋ ਸਕਦੇ ਆ? ਜੇ ਸਮਾਜ ਨਰੋਇਆ ਨਹੀਂ ਹੋਊਗਾ ਤੇ ਰਾਜਨੀਤੀ ਮਾੜੀ ਹੋਊਗੀ। ਤੇ ਜੇ ਸਾਰੇ ਡੁੱਬਣਗੇ ਤੇ ਇਹ ਪੋਲੀਟੀਕਲ ਲੀਡਰ ਜਿਹੜੀ ਪੋਲੀਟੀਕਲ ਕਲਾਸ ਇਹ ਵੀ ਡੁੱਬੂਗੀ। ਇਹ ਨਹੀਂ ਹੋ ਸਕਦਾ ਵੀ ਲੋਕੀ ਮਰਨ ਡਏ ਹੋਣਗੇ ਜਾਂ ਲੋਕੀ ਜਿਹੜੇ ਤਬਾਹ ਹੋਣ ਡਏ ਹੋਣਗੇ ਤੇ ਇਹ ਜਿਹੜਾ ਹੈਗਾ ਮੁੜ ਕੇ ਬੌਂਸਰੀ ਵਜਾ ਰਹੇ ਹੋਣਗੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਬਹੁਤ ਇਹ ਸੀਰੀਅਸ ਮਸਲੇ ਹੈਗੇ ਆ। ਇਹ ਜਿਹੜੇ ਇਹਦਾ ਪਾਪੂਲਿਜ਼ਮ ਜਿਹਾ ਕਰਕੇ ਵੀ ਆਹ ਦੇਤਾ ਜੀ, ਉਹਨੂੰ ਦੇਤਾ ਜੀ, ਆਹ ਕਰਤਾ, ਆਹ ਕਰਤਾ, ਸ਼ਾਇਦ ਹੁਣ ਲੱਗਦਾ ਕਿਉਂਕਿ ਲੋਕੀ ਪਹਿਲੋਂ ਦੇ ਮੁਕਾਬਲੇ ਤੇ ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਹੁਣ ਲੋਕੀ ਸ਼ਾਇਦ ਪਹਿਲੋਂ ਨਾਲੋਂ ਜ਼ਿਆਦਾ ਕਿੰਤੂ ਪਰੰਤੂ ਕਰਦੇ ਆ। ਔਰ ਉਹਨੂੰ ਹੌਸਲਾ ਹੋਇਆ, ਉਹ ਆਟੋਨਮਸ ਹੋ ਰਹੇ ਆ, ਉਹ ਇੰਡੀਪੈਂਡੈਂਟ ਹੋ ਰਹੇ ਆ, ਉਹ ਪੋਲੀਟੀਕਲ ਪਰਸਨ ਬਣ ਰਹੇ ਆ, ਪੋਲੀਟੀਕਲ ਮੈਨ ਐਂਡ ਵਿਮਨ ਬਣ ਰਹੇ। ਮੇਰਾ ਕਹਿਣ ਤੋਂ ਭਾਵ ਹੈ ਕਿ ਥੋੜਾ ਬਹੁਤਾ ਰਾਜਨੀਤਿਕ ਵਿਸ਼ਿਆਂ ਦੇ ਵਿੱਚ ਉਹ ਆਪਣੇ ਤੌਰ ਤੇ ਇੰਡੀਪੈਂਡੈਂਟ ਜਿਹੜਾ ਉਹ ਸਟੈਂਡ ਲੈ ਕੇ ਪਾਰਟਿਸਿਪੇਸ਼ਨ ਕਰਨ ਦੀ ਗੱਲ ਕਰਦੇ ਆ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ।